गुरु नानक पद पंकज बंदना पंकज सिमरो अंगद दुख निकंदन गुरु अमर दास हृदय नित त्याऊं हृदय नित श्री गुरु रामदास गुण गुरु अर्जन विघ्नन के नाशक विघ्नन श्री हर गोबिंद सुमत पर श्री हर राय नमो कर जोरी नमो श्री हर कृष्ण मनाओ गुरु तेग बहादुर परम कृपाला परम श्री गुरु गोबिंद सिंह बेसाला तरो तरा पर पुन पुन सीसा पुन पुन बंदो बार बार जगत एक ओंकार सतगुरु सच होए वाहिगुरु जी की फतेह है वाहिगुरु जी की फतेह है दोहरा श्लोक सब पठ सुनायो तो पंथ को मन मुरझायो विजय दई गण तुर्क सिधारी गुरु अलंब सिंह गणहारी। वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका पिछले पहरों के दीवान सजाते हुए आप जी गुरु चरणों विखे हाजरियां लवा रहे हो। आओ लड़ीवार इतिहास की गुरु विचार नाल जुड़ना करिए जी। आपां विचारां सरवण कर रहे सी जिस वेले सैयद खान ਲੱਖ ਸਵਾ ਲੱਖ ਫੌਜ ਲੈ ਕੇ ਚੜ੍ਹ ਕੇ ਆਇਆ ਤੇ ਇਧਰੋਂ ਸਤਿਗੁਰੂ ਪਾਤਸ਼ਾਹ ਜੀ ਲਗਭਗ 500 ਸਿੰਘਾਂ ਨੂੰ ਲੈ ਕੇ ਉਹਨਾਂ ਦਾ ਮੁਕਾਬਲਾ ਕਰਦੇ ਹਨ, ਜਿਸ ਦੇ ਵਿੱਚ ਸੈਦ ਖਾਨ ਤਾਂ ਸਤਿਗੁਰ ਦੇ ਦਰਸ਼ਨ ਕਰਦਿਆਂ ਹੀ ਰੱਬ ਨਾਲ ਜੁੜ ਗਿਆ। ਐਸੀ ਕਿਰਪਾ ਹੋਈ ਕਿ ਉਹ ਜੰਗ ਨੂੰ ਛੱਡ ਕੇ ਹੀ ਚਲਿਆ ਗਿਆ। ਰਮਜ਼ਾਨ ਖਾਨ ਮਾਰਿਆ ਗਿਆ, ਪਰ ਫਿਰ ਵੀ ਮੁਗਲਾਂ ਦੀ ਫੌਜ ਜ਼ਿਆਦਾ ਹੋਣ ਕਰਕੇ ਉਹਨਾਂ ਦਾ ਜ਼ੋਰ ਪੈ ਗਿਆ ਤੇ ਉਹਨਾਂ ਨੇ ਗੁਰੂ ਪਿਆਰਿਓ ਅਨੰਦਪੁਰ ਸਾਹਿਬ ਦੇ ਵਿੱਚ ਕੁਝ ਲੁੱਟ ਵੀ ਮਚਾ ਲਈ ਤੇ ਫਿਰ ਭੱਜ ਗਏ ਲੁੱਟ ਮਾਰ ਕਰਕੇ। ਸਿੰਘਾਂ ਨੇ ਕਿਹਾ ਮਹਾਰਾਜ ਅੱਜ ਠੀਕ ਨਹੀਂ ਹੋਇਆਗਾ, ਇਹ ਤਾਂ ਚੰਗਾ ਨਹੀਂ ਹੋਇਆ, ਤੁਹਾਡੇ ਹੁੰਦੇ ਅਸੀਂ ਹਾਰ ਜਾਈਏ। ਸਤਿਗੁਰੂ ਪਾਤਸ਼ਾਹ ਨੇ ਕਿਹਾ ਸੀ ਕੋਈ ਨਹੀਂ, ਇਹ ਵੀ ਉਹਦੇ ਹੁਕਮ ਅੰਦਰ ਹੀ ਆ। ਭੈ ਵਿੱਚ ਭਵਨ ਬਹਿ ਸਦਵਾਓ ਭੈ ਵਿੱਚ ਚੱਲੇ ਲੱਖ ਦਰਿਆਓ, ਸਭ ਉਹਦੇ ਹੁਕਮ ਅੰਦਰ ਹੀ ਹੁੰਦਾ, ਕੋਈ ਗੱਲ ਨਹੀਂ। ਕਹਿੰਦੇ ਨਾ ਜੀ ਸਾਡਾ ਚਿੱਤ ਨਹੀਂ ਲੱਗਦਾ, ਸਾਨੂੰ ਆਗਿਆ ਦਿਓ, ਅਸੀਂ ਉਹਨਾਂ ਦੇ ਮਗਰ ਜਾਂਦੇ ਹਾਂ, ਲੁੱਟਿਆ ਹੋਇਆ ਸਮਾਨ ਵੀ ਖੋਹ ਕੇ ਲਿਆਵਾਂਗੇ ਤੇ ਉਹਨਾਂ ਨੂੰ ਵੀ ਅਸੀਂ ਹਰਾ ਕੇ ਆਵਾਂਗੇ। ਪਾਤਸ਼ਾਹ ਕਹਿੰਦੇ ਕੋਈ ਨਹੀਂ ਰਾਤ ਕੱਟ ਲਓ, ਤੜਕੇ ਦੇਖਦੇ ਹਾਂ। ਫਿਰ ਰਾਤ ਕੱਟੀ, ਸੁਬਾਹ ਦਿਨ ਚੜ੍ਹਦੇ ਆ ਸਿੰਘਾਂ ਨੇ ਫਿਰ ਬੇਨਤੀ ਕੀਤੀ ਮਹਾਰਾਜ ਸਾਨੂੰ ਆਗਿਆ ਦਿਓ, ਇਹ ਚੰਗਾ ਨਹੀਂ ਹੋਇਆ, ਇਹ ਤਾਂ ਜਾ ਕੇ ਔਰੰਗੇ ਨੂੰ ਕਹਿਣਗੇ ਅਸੀਂ ਸਿੱਖਾਂ ਨੂੰ ਹਰਾਏ, ਇਹ ਤਾਂ ਨਮੋਸ਼ੀ ਵਾਲੀ ਗੱਲ ਹੈ। ਪਾਤਸ਼ਾਹ ਕਹਿੰਦੇ ਜਾਓ। ਫਿਰ ਸਿੰਘਾਂ ਨੇ ਮਗਰ ਹਮਲਾ ਕੀਤਾ। ਹੁਣ ਉਹ ਸਹਿਜ ਸੁਭਾਅ ਤੁਰੇ ਜਾ ਰਹੇ ਸਨ, ਇਹਨੂੰ ਕਹਿੰਦੇ ਆ ਗੁਰੀਲਾ ਜੰਗ। ਉਹਨਾਂ ਦੇ ਚਿੱਤ ਚੇਤੇ ਨਹੀਂ ਸੀ ਵੀ ਸਿੰਘ ਆਏ ਦੁਬਾਰਾ ਸਾਡੇ 'ਤੇ ਹਮਲਾਬਾਜ਼ ਦੀ ਨਿਆਈ ਕਰ ਦੇਣਗੇ। ਸਿੰਘ ਦੁਬਾਰਾ ਫਿਰ ਉਹਨਾਂ 'ਤੇ ਹਮਲਾ ਕਰਦੇ ਹੈ। ਉਹ ਖਿੰਡੇ ਪੁੰਡੇ ਜਾ ਰਹੇ ਸੀ, ਅੱਧੇ ਇੱਧਰ ਨੂੰ ਅੱਧੇ ਇੱਧਰ ਨੂੰ, ਅਤੇ ਅਖੀਰ ਜਦ ਉਹਨਾਂ 'ਤੇ ਹਮਲਾ ਕੀਤਾ ਉਹ ਘਬਰਾ ਗਏ, ਇਕੱਠੇ ਵੀ ਨਹੀਂ ਸੀ, ਇਸ ਕਰਕੇ ਸਿੰਘਾਂ ਨੇ ਇਕੱਲੇ ਇਕੱਲੇ ਨੂੰ ਫਿਰ ਵੱਢਿਆ ਔਰ ਉਹਨਾਂ ਦੇ ਕੋਲ ਲੁੱਟਿਆ ਹੋਇਆ ਸਮਾਨ ਵੀ ਖੋਹ ਲਿਆ। ਅਤੇ ਫਿਰ ਕੀ ਹੋਇਆ ਅੱਗੇ ਇਹ ਆਪਾਂ ਹੁਣ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਚੌਪਈ ਈਸ਼ ਲੋਕ ਸਭ ਪਠਿਓ ਸੁਨਾਇਓ, ਕੋ ਪੰਥ ਕੋ ਮਨ ਮੁਰਝਾਇਓ। ਚਾਹੇ ਸਤਿਗੁਰਾਂ ਨੇ ਧੀਰਜ ਦਿੱਤਾ ਵੀ ਕੋਈ ਗੱਲ ਨਹੀਂ, ਇਹ ਵੀ ਉਹਦੇ ਭਾਣੇ 'ਚ ਹੀ ਆ, ਉਹਦੇ ਹੁਕਮ 'ਚ ਹੈ। ਕਿਹੜਾ ਸ਼ਲੋਕ ਜਿਹੜਾ ਕੱਲ ਸਰਵਣ ਕੀਤਾ ਆਸਾ ਦੀ ਵਾਰ 'ਚੋਂ, ਭੈ ਵਿੱਚ ਪਵਨ ਬਹੇ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਪਹਰ। ਪਰ ਭੇਜੇ ਲਈ ਗਨ ਤੁਰਕ ਸਿਦਾਰੇ, ਗੁਰੂ ਅਲੰਬ ਸਿੰਘ ਗਨਹਾਰੇ। ਸਿੰਘ ਕਹਿਣ ਲੱਗੇ ਮਹਾਰਾਜ ਤੁਸੀਂ ਸਾਡੇ ਨਾਲ ਹੋ ਤੇ ਸਾਡੀ ਹਾਰ ਹੋ ਜਾਵੇ। ਤੇ ਮੁਗਲ ਜਿਹੜੇ ਹਨ ਇਸ ਤਰ੍ਹਾਂ ਸਾਡਾ ਸਾਜੋ ਸਮਾਨ ਜਾਂ ਆਨੰਦਪੁਰ ਸਾਹਿਬ ਨੂੰ ਲੁੱਟ ਕੇ ਚਲੇ ਜਾਣ, ਇਹ ਸਾਨੂੰ ਚੰਗਾ ਨਹੀਂ ਲੱਗਦਾ, ਮਨ ਮੁਰਝਾਇਆ ਸਾਡਾ ਹਾਲੇ। ਮਲਕ ਗੁਰ ਸੋ ਬੌਰ ਬਖਾਨੇ, ਮੁਗਲ ਪਠਾਨ ਦਿੱਲੀ ਲਗਾਨੇ। ਮਹਾਰਾਜ ਸਾਨੂੰ ਕਿਰਪਾ ਕਰੋ, ਭੇਜਣਾ ਕਰੋ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਤੜਕੇ ਦੇਖਾਂਗੇ। ਸ੍ਰੀ ਮੁਖ ਤੇ ਹਰਕਤ ਪਏ, ਇੱਕ ਜਾਮਨੀ ਮੈਂ ਤਿਤ ਲਏ। ਇੱਕ ਰਾਤ ਤੱਕ ਕੱਟੋ, ਤੁਸੀਂ ਆਰਾਮ ਕਰੋ, ਤੜਕੇ ਭੇਜਾਂਗੇ। ਉਹ ਕਿਹੜਾ ਐਡੀ ਦਿੱਲੀ ਪਹੁੰਚ ਜਾਣਗੇ, ਰਾਹ 'ਚ ਹੀ ਫਿਰਦੇ ਹੋਣਗੇ। ਭਈ ਪ੍ਰਾਂਤ ਬਜਵਾਈ ਨਗਾਰਾ, ਚੜਿਓ ਬੌਰ ਸਿੰਘਨ ਦਲ ਸਾਰਾ। ਤੜਕੇ ਦਿਨ ਚੜ੍ਹਦੇ ਨਾਲ ਸਿੰਘਾਂ ਨੇ ਫੇਰ ਰਣਜੀਤ ਨਗਾਰੇ ਤੇ ਚੋਟ ਲਾ ਕੇ ਤੇ ਉਹਨਾਂ ਮੁਗਲਾਂ ਪਠਾਣਾਂ ਦਾ ਪਿੱਛਾ ਕੀਤਾ ਜੀ। ਕਰਤ ਸ਼ੀਘਰਤਾ ਮਿਲੇ ਸੋਤਾਹੀ, ਜਾਹਿਰ ਪੁਨ ਦਲ ਮਗ ਚਲ ਜਾਈ। ਬੜੀ ਤੇਜ਼ੀ ਦੇ ਨਾਲ ਸਿੰਘਾਂ ਨੇ ਘੋੜੇ ਭਜਾਏ ਤੇ ਜਿੱਥੇ ਦੁਸ਼ਮਣ ਦਾ ਦਲ ਹਜੇ ਦਿੱਲੀ ਵੱਲ ਜਾ ਹੀ ਰਿਹਾ ਸੀ। ਬੜੀ ਤਾੜ ਵੀ ਸਮ ਹੋਏ ਤਬੈ, ਮਿਲਿਓ ਸ਼ਤਰੂ ਮਾਰਨ ਕੇ ਸਬੈ। ਇਸ ਤਰ੍ਹਾਂ ਅਚਾਨਚੱਕ ਬਾਜ ਦੀ ਨਿਆਈ ਜਾ ਹਮਲਾ ਕੀਤਾ ਤੇ ਦੁਸ਼ਮਣ ਨੂੰ ਮਾਰਨਾ ਸ਼ੁਰੂ ਕੀਤਾ। ਰੁੰਡ ਮੁੰਡ ਕਰ ਦੀਨ ਕਨੇਰੇ, ਪਲਟਾ ਦੀਨ ਕੀ ਨਿਜ ਨੇਰੇ। ਔਰ ਉਹਨਾਂ ਨੂੰ ਵੱਢ ਵੱਢ ਕੇ ਟੋਟੇ ਕਰਤਾ। ਰੁੰਡ ਮੁੰਡ ਹੁੰਦਾ ਧੜਾਂ ਤੋਂ ਸਿਰ ਵੱਢੇ ਜਾਣੇ। ਇਸ ਤਰ੍ਹਾਂ ਧਰਤੀ ਤੇ ਰੁੰਡ ਮੁੰਡ ਕਰਕੇ ਸਿੱਟ ਦਿੱਤੇ ਤੇ ਸਿੰਘਾਂ ਨੇ ਅੱਜ ਦਾ ਕੱਲ ਵਾਲਾ ਜਿਹੜਾ ਹਾਰ ਦਾ ਬਦਲਾ ਸੀ ਉਹ ਲੈ ਲਿਆ। ਲੂਟੋ ਕੀਟ ਲੂਟ ਕੋਟ ਕਰ ਦੀਨ ਬਹੀਰ, ਰੋਰਾ ਪਰਿਓ ਚਲੇ ਪੈ ਵੀਰ। ਔਰ ਲੁੱਟ ਕੁੱਟ ਕੇ ਉਹਨਾਂ ਨੂੰ ਮਾਰ ਵੱਢ ਕੇ ਲੁੱਟ ਕੇ ਕੁਝ ਡਰਦੇ ਭੱਜ ਲਏ। ਇਸ ਤਰ੍ਹਾਂ ਰੌਲਾ ਪੈ ਗਿਆ। ਕਿਸਮਤ ਪੈ ਨ ਜਾਣੇ ਜਾਏ, ਕਿਤ ਤੇ ਮਿਲੇ ਵੀਰ ਸਮੁਦਾਈ। ਔਰ ਹੈਰਾਨ ਹੋ ਗਈ ਮੁਗਲਾਂ ਦੀ ਪਠਾਨਾਂ ਦੀ ਔਰੰਗੇ ਦੀ ਫੌਜ, ਬਈ ਇਹ ਕਿੱਧਰੋਂ ਨਿਕਲ ਕੇ ਆ ਗਏ ਚਾਣਚੱਕ। ਆਪੇ ਆਪ ਕੀ ਪੰਥ ਪਧਾਰੇ, ਮਿਲੇ ਤੁਰਕ ਸੋ ਸਿੰਘਨ ਮਾਰੇ। ਆਪਣੇ ਰਾਹ ਭਾਵ ਅਲੱਗ-ਅਲੱਗ ਖਿੰਡੇ ਹੋਏ ਜਾ ਰਹੇ ਸੀਗੇ। ਹੁਣ ਤਾਂ ਬੜੇ ਸ਼ੌਂਕ ਨਾਲ ਜਾ ਰਹੇ ਸੀ ਵੀ ਆਪਾਂ ਜੰਗ ਜਿੱਤ ਕੇ ਆ ਗਏ। ਇਸ ਕਰਕੇ ਉਹਨਾਂ ਨੂੰ ਕੋਈ ਚਿੱਤ ਚੇਤੇ ਨਹੀਂ ਸੀ ਵੀ ਇਦਾਂ ਹੀ ਹੋ ਸਕਦਾ। ਅਹਿਮਦ ਸ਼ਾਹ ਅਬਦਾਲੀ ਨੇ 17 ਵਾਰੀ ਭਾਰਤ ਉੱਤੇ ਹਮਲਾ ਕੀਤਾ, 17 ਵਾਰੀ ਲੁੱਟਮਾਰ ਕੀਤੀ, 17 ਵਾਰੀ ਹਿੰਦੁਸਤਾਨ ਭਾਰਤ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਮੰਦਰਾਂ ਵਿੱਚ ਬੜੀ ਮਾਇਆ ਹੈ। ਤੇ ਇੱਕ ਦਿਨ ਕਹਿੰਦੇ ਉਹਨਾਂ ਤੋਂ ਕੋਈ ਮੂਰਤੀ ਭੰਨੀ ਗਈ, ਫੁੱਟ ਗਈ, ਟੁੱਟ ਗਈ ਤੇ ਉਹ ਮੂਰਤੀ ਵਿੱਚੋਂ ਥੋਥੀ ਸੀ ਤੇ ਉਹਦੇ ਵਿੱਚ ਚਾਂਦੀ ਦੇ ਰੁਪਈਏ, ਸੋਨੇ ਦੀਆਂ ਮੋਹਰਾਂ ਆਦਿ ਜਮ੍ਹਾਂ ਕੀਤੀਆਂ ਸੀ ਬ੍ਰਾਹਮਣਾਂ ਨੇ। ਉਹਨਾਂ ਨੇ ਸਾਰੇ ਮੰਦਰਾਂ ਨੂੰ ਲੁੱਟਣਾ ਸ਼ੁਰੂ ਕੀਤਾ। ਮੂਰਤੀਆਂ ਭੰਨ ਕੇ ਵੇਖਦੇ ਆ, ਵਿੱਚੋਂ ਥੋਥੀਆਂ ਜਿਹੜੀਆਂ ਵਿੱਚੋਂ ਮਾਇਆ ਨਿਕਲਦੀ ਆ। ਤੇ ਜਿਸ ਵੇਲੇ ਸਿੰਘਾਂ ਦਾ ਸਮਾਂ ਆਇਆ, ਖਾਲਸੇ ਦਾ ਸਮਾਂ ਆਇਆ, ਫਿਰ ਉਹਦਾ ਨੱਕ ਮੋੜਿਆ ਖਾਲਸੇ ਨੇ। ਇਸੇ ਤਰ੍ਹਾਂ ਹੀ ਚਾਣਚੱਕ ਰਾਤ ਦੇ 12 ਵਜੇ ਹਮਲਾ ਕਰ ਦਿਆ। ਜਿਹੜੇ ਮੂਰਖ ਲੋਕ ਕਹਿੰਦੇ ਆ ਸਿੱਖਾਂ ਦੇ 12 ਵੱਜ ਗਏ ਨਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ 12 ਕਿਵੇਂ ਵੱਜਦੇ ਸੀਗੇ। ਤਾਂ ਇਹ ਕੀ ਕਰਦੇ ਸਨ, ਭਾਰਤ ਨੂੰ ਲੁੱਟ ਕਰਕੇ ਜਸ਼ਨ ਮਨਾਉਂਦੇ ਹੋਏ ਵਾਪਸ ਜਾਂਦੇ ਤੇ ਰਸਤੇ ਵਿੱਚ ਕਿਤੇ ਜੰਗਲ ਵਿੱਚ ਜਿੱਥੇ ਰਾਤ ਪੈ ਗਈ ਉੱਥੇ ਰੁਕ ਜਾਂਦੀ, ਉੱਥੇ ਸ਼ਰਾਬਾਂ ਪੀਂਦੇ, ਨਸ਼ੇ ਖਾਂਦੇ ਔਰ ਗੁਰੂ ਪਿਆਰੂ ਵਿਸ਼ੇ ਵਿਕਾਰ ਭੋਗਦੇ ਤੇ ਫਿਰ ਮਸਤ ਹੋ ਕੇ ਥੱਕ ਹਾਰ ਕੇ ਨਸ਼ੇੜੀ ਹੋ ਕੇ ਡਿੱਗ ਪੈਂਦੇ, ਸੌਂ ਜਾਂਦੇ। ਤੇ ਖਾਲਸਾ ਤਿਆਰ ਪਰ ਤਿਆਰ 12 ਵਜੇ ਫਿਰ ਚੱਲ ਪੈਂਦਾ, ਰਾਤ ਦੇ 12 ਵਜੇ। ਫਿਰ ਇਹਨਾਂ ਤੇ ਸੁੱਤਿਆਂ ਪਿਆਂ ਤੇ ਹਮਲਾ ਕਰਦੇ, ਵੜ ਕੇ ਸਿੱਟਦੇ ਇਹਨਾਂ ਨੂੰ। ਤੇ ਜਿਹੜੀਆਂ ਭਾਰਤ ਦੀਆਂ ਲੜਕੀਆਂ ਇਹਨਾਂ ਨੇ ਕੈਦ ਕੀਤੀਆਂ ਹੁੰਦੀਆਂ ਉਹਨਾਂ ਨੂੰ ਵੀ ਛੁਡਾ ਲਿਆਉਂਦੇ ਤੇ ਲੁੱਟਿਆ ਹੋਇਆ ਮਾਲ ਵੀ ਇਹਨਾਂ ਤੋਂ ਖੋਹ ਲਿਆਉਂਦੇ। ਜਿਸ ਤਰ੍ਹਾਂ ਸੋਮਨਾਥ ਮੰਦਿਰ ਦੇ ਗੇਟ ਚਾਂਦੀ ਦੇ ਬਣੇ ਹੋਏ ਅਹਿਮਦ ਸ਼ਾਹ ਅਬਦਾਲੀ ਲਾਹ ਕੇ ਲੈ ਚੱਲਿਆ ਸੀਗਾ, ਉਹ ਵੀ ਰਸਤੇ 'ਚ ਇਹਦੇ ਗੱਡੀਆਂ ਤੋਂ ਲਾਹ ਕੇ ਵਾਪਸ ਸ੍ਰੀ ਹਰਿਮੰਦਰ ਸਾਹਿਬ ਲਿਆ ਕੇ ਚੜਾ ਦਿੱਤੇ। ਕਹੋ ਸਤਨਾਮ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਹੈਰਾਨ ਹੋ ਗਏ ਪਠਾਨ, ਬਈ ਕੱਲ ਅਸੀਂ ਜਿੱਤ ਗਏ ਸੀ, ਆਹ ਚਾਣਚੱਕ ਕਿੱਥੋਂ ਸਾਡੇ ਤੇ ਆਕਾਸ਼ੀ ਬਿਜਲੀ ਵਾਂਗੂ ਪੈ ਗਏ ਤੇ ਸਾਨੂੰ ਲੁੱਟ ਕੇ ਲੈ ਗਏ ਤੇ ਨਾਲੇ ਸਾਡੀ
ਕੱਟ ਵੱਢ ਕਰ ਦਿੱਤੇ ਜੇ। ਆਪੇ ਆਪ ਕੀ ਪੰਥ ਪਧਾਰੇ ਮਿਲੇ ਤੁਰਕ ਸੋ ਸਿੰਘਨ ਮਾਰੇ। ਹੁਣ ਤਾਂ ਭਾਜੜ ਪੈ ਗਈ, ਜਿਹਦਾ ਜਿੱਧਰ ਨੂੰ ਮੂੰਹ ਹੋਇਆ ਭੱਜਣ ਦੀ ਕੋਸ਼ਿਸ਼ ਕੀਤੀ, ਜੀ ਤੋਂ ਨਹੀਂ ਭੱਜਿਆ ਗਿਆ, ਡਿੱਗ ਪਿਆ, ਉਹ ਵੱਢਿਆ ਗਿਆ। ਤੇ ਜਿਹੜਾ ਸਮਾਨ ਸੀ ਉਹ ਤਾਂ ਫਿਰ ਲਿਜਾਣਾ ਕਿਹਨੇ ਸੀ, ਉਹ ਡਿੱਗ ਪਿਆ ਨਾ, ਤਾਂ ਉੱਥੇ ਸਿੰਘਾਂ ਨੇ ਸਾਰਾ ਚੱਕ ਲਿਆਂਦਾ। ਮਹਾਤਰਾਸ ਬੀਤਿਓ ਮਗ ਜਾਤੇ ਔਚਕ ਬਰੇ ਬ੍ਰਿੰਦਰੀ ਪਕਾਤੇ। ਹੁਣ ਤਾਂ ਪਿੱਛੇ ਮੁੜ ਮੁੜ ਦੇਖਦੇ ਆ, ਪਤਾ ਨਹੀਂ ਸਿੱਖ ਕਿਸੇ ਅੱਕ ਦੇ ਕੋਲੋਂ ਇਹਨਾਂ ਨਿਕਲ ਆਵੇ, ਕਿਸੇ ਦਰਖਤ ਦੀ ਉਹਦੇ ਚੋਂ ਨਿਕਲ ਆਵੇ। ਪਿੱਛੇ ਮੁੜ ਮੁੜ ਦੇਖਦੇ ਆ, ਨਾਲੇ ਭੱਜੇ ਜਾਂਦੇ ਆ ਵੀ ਕਿਤੇ ਸਿੰਘ ਮਗਰ ਤਾਂ ਨਹੀਂ ਆਉਂਦੇ। ਨਹੀਂ ਸੰਭਾਲ ਸਰ ਪਰ ਹੋਈ ਦੇਖ ਦੇਖ ਭਾਜੇ ਸਭ ਕੋਈ। ਪਰਸ ਪਰ ਇੱਕ ਦੂਜੇ ਦੀ ਸੰਭਾਲ ਵੀ ਨਹੀਂ ਕੀਤੀ, ਫਿਰ ਤਾਂ ਸਭ ਨੂੰ ਆਪਣੀ ਜਾਨ ਬਚਾਉਣ ਦੀ ਹੋਊਗੀ। ਲੁੱਟਿਆ ਹੋਇਆ ਸਮਾਨ ਵੀ ਨਹੀਂ ਇਹਨਾਂ ਤੋਂ ਲਿਜਾਇਆ ਗਿਆ ਤੇ ਭੱਜਣ ਲੱਗੇ। ਲਾਖੋ ਲਸ਼ਕਰ ਵਿਚਰਿਓ ਭਾਜਾ ਪਿੱਛੇ ਰਹਿਓ ਸੋ ਲੁੱਟਿਓ ਸਮਾਜਾ। ਤਾਂ ਇਸ ਤਰ੍ਹਾਂ ਇਹਨਾਂ ਦਾ ਲੱਖਾਂ ਦੀ ਗਿਣਤੀ ਲਸ਼ਕਰ ਕਾਫੀ ਤਾਂ ਪਹਿਲਾਂ ਮਾਰਿਆ ਗਿਆ ਕੱਲ ਦੀ ਜੰਗ ਵਿੱਚ, ਤੇ ਦੂਜੇ ਦਿਨ ਜਿਹੜਾ ਬਚਿਆ ਖੁਸਿਆ ਸੀ ਉਹ ਭੱਜਣ ਲੱਗਿਆ। ਪਰ ਚਾਣ ਚੱਕ ਸਿੰਘਾਂ ਨੇ ਆ ਕੇ ਇਹਨਾਂ ਨੂੰ ਧਰ ਲਿਆ। ਫਤਿਹ ਦੀਨ ਅਰ ਲੁੱਟ ਕਨੇਰੀ ਪਲਟਾ ਲੀਨ ਹਟੇ ਤਿਸ ਦੇਰੀ। ਹੁਣ ਖਾਲਸੇ ਦੀ ਤਸੱਲੀ ਹੋਈ ਹੈ ਵੀ ਹਾਂ ਹੁਣ ਇਹ ਜਾ ਕੇ ਔਰੰਗੇ ਨੂੰ ਕਹਿਣਗੇ ਅਸੀਂ ਹਾਰ ਕੇ ਆਏ ਆ, ਨਹੀਂ ਤਾਂ ਇਹਨਾਂ ਨੇ ਜਾ ਕੇ ਫੜਾਂ ਮਾਰਨੀਆਂ ਸੀ, ਮੈਂ ਜਿੱਤ ਗਿਆ ਜੀ, ਮੈਂ ਜਰਨੈਲੀ ਕੀਤੀ। ਰਮਜ਼ਾਨ ਤਾਂ ਮਾਰਿਆ ਗਿਆ, ਸੈਦ ਖਾਨ ਭੱਜ ਗਿਆ, ਪਰ ਹੁਣ ਜਾ ਕੇ ਦੱਸਣਗੇ ਅਸਲੀ ਗੱਲ ਇਹ। ਤਾਂ ਇਉਂ ਖਾਲਸਾ ਖੁਸ਼ ਹੋਇਆ, ਇਹਨਾਂ ਨੂੰ ਲੋਹੇ ਦੇ ਚਣੇ ਚਵਾ ਕੇ, ਇਹਨਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕਰਕੇ ਵਾਪਸ ਆਇਆ ਹੈ। ਪੰਥ ਬਚਾਏ ਅਨੰਦਪੁਰ ਆਏ ਸ੍ਰੀ ਗੁਰੂ ਜੀ ਕੀ ਫਤਿਹ ਬੁਲਾਏ। ਇਉਂ ਖਾਲਸਾ ਪੰਥ ਜਿਹੜਾ ਹੈ ਵਾਪਸ ਪਹੁੰਚਿਆ ਅਨੰਦਪੁਰ ਸਾਹਿਬ। ਆ ਸਤਿਗੁਰਾਂ ਨੂੰ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਦਤ ਹੋਈ ਦਰਸ਼ਨ ਸਭ ਕਰਿਓ ਸ਼ਤਰੂ ਹਣਤ ਪ੍ਰਸੰਨ ਚਲਿਓ। ਸਤਿਗੁਰੂ ਪਾਤਸ਼ਾਹ ਜੀ ਵੀ ਮੁਸਕਰਾਉਣ ਲੱਗੇ ਵੀ ਅੱਜ ਜਿੱਤ ਕੇ ਆਏ ਆ, ਤਾਈਏ ਇੰਨੇ ਖੁਸ਼ ਆ। ਪਾਤਸ਼ਾਹ ਜੀ ਵੀ ਹੱਸ ਰਹੇ ਨੇ ਔਰ ਇਹ ਵੀ ਖੁਸ਼ ਹੋ ਕੇ ਦੱਸ ਰਹੇ ਨੇ। ਸ੍ਰੀ ਮੁਖ ਤੇ ਮੁਸਕਾਏ ਬਖਾਨਾ ਸਿੰਘਨ ਕਾਜ ਹਤਨ ਤੁਰਕਾਨਾ। ਔਰ ਪਾਤਸ਼ਾਹ ਮੁਸਕਰਾਉਂਦੇ ਹੋਏ ਕਹਿੰਦੇ ਮੈਂ ਸਿੰਘਾਂ ਨੂੰ ਬਣਾਇਆ ਹੀ ਤੁਰਕਾਂ ਨੂੰ ਖਤਮ ਕਰਨ ਵਾਸਤੇ ਹੈ। ਕਿਸੇ ਜਾਤ ਪਾਤ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ, ਸਾਡੀ ਦੁਸ਼ਮਣ ਨਾਲ ਲੜਾਈ ਹੈ, ਜ਼ੁਲਮ ਨਾਲ ਲੜਾਈ ਹੈ, ਜ਼ਾਲਮ ਨਾਲ ਲੜਾਈ ਹੈ। ਤੇ ਸਿੰਘ ਜਾਂ ਖਾਲਸਾ ਜੋ ਸਾਜਿਆ ਹੈ ਇਹ ਜ਼ਾਲਮ ਨੂੰ ਖਤਮ ਕਰਨ ਵਾਸਤੇ, ਜ਼ੁਲਮ ਖਤਮ ਕਰਨ ਵਾਸਤੇ ਸਾਜਿਆ ਹੈ। ਪੰਥ ਖਾਲਸਾ ਜੋ ਅਦ ਕੇ ਹੈ ਤਿਉ ਤਿਉ ਤੁਰਕ ਨਾਸ਼ ਕੋ ਪੈ ਹੈ। ਜਿਵੇਂ ਜਿਵੇਂ ਮੇਰਾ ਖਾਲਸਾ ਪੰਥ ਵੱਧਦਾ ਜਾਵੇਗਾ ਤਿਵੇਂ ਤਿਵੇਂ ਜ਼ੁਲਮ ਦਾ, ਜ਼ਾਲਮ ਦਾ, ਤੁਰਕਾਂ ਦਾ ਨਾਸ ਹੁੰਦਾ ਜਾਵੇਗਾ। ਦੇਹ ਪੈਰ ਕੋ ਬਦਲਾ ਐਸੀ ਰਹੇ ਨਰੰਗਾ ਬਾਦਨ ਜੈਸੀ। ਤਾਂ ਸਾਡਾ ਸਿੰਘ ਇਸੇ ਤਰ੍ਹਾਂ ਬਦਲਾ ਲੈਂਦੇ ਰਹਿਣਗੇ। ਰਹਿ ਨਗਾਰਬੰਦ, ਨਗਾਰਬੰਦ ਹੁੰਦਾ ਨਗਾਰੇ ਨੂੰ ਵਜਾਉਣ ਵਾਲਾ, ਇਹਨਾਂ ਦਾ ਨਗਾਰਬੰਦ ਵੀ ਨਹੀਂ ਬਚੇਗਾ। ਹੋਏ ਪ੍ਰਸੰਨ ਸਿੰਘਨ ਬਰਦੀਨਾ ਰਾਜ ਤੇਜ ਹੋਏ ਪ੍ਰਾਪਤ ਬੀਨਾ। ਇਉਂ ਸਤਿਗੁਰਾਂ ਨੇ ਖੁਸ਼ੀ ਦੇ ਘਰ ਵਿੱਚ ਆ ਕੇ ਖਾਲਸਾ ਪੰਥ ਨੂੰ ਬਚਨ ਕੀਤੇ, ਕਿਉਂਕਿ ਸਤਿਗੁਰਾਂ ਦੇ ਮੁਖ ਚੋਂ ਨਿਕਲਿਆ ਹਰ ਬਚਨ ਅਟਲ ਹੈ। ਔਰ ਬਚਨ ਕੀ ਦਿੱਤੇ ਹਨ ਦੁਬਾਰਾ ਖੁਸ਼ੀ ਚ ਆ ਕੇ? ਕਹਿੰਦੇ ਖਾਲਸੇ ਦਾ ਰਾਜ ਤੇਜ ਪ੍ਰਤਾਪ ਇਹ ਵੱਧਦਾ ਜਾਵੇਗਾ। ਹੋਏ ਪ੍ਰਸੰਨ ਸਿੰਘਨ ਬਰਦੀਨਾ ਰਾਜ ਤੇਜ ਹੋਏ ਪ੍ਰਾਪਤ ਬੀਨਾ। ਤੁਹਾਡਾ ਰਾਜ ਤੇਜ ਬਹੁਤ ਵਧੇਗਾ। ਇਤ ਪ੍ਰਸੰਗ ਗੁਰ ਟਿਕਮ ਤੇ ਹੋ ਕਿਤਕ ਲੁਟਾਏ ਲੁੱਟ ਪੁਨ ਲਿਓ। ਇਸ ਤਰ੍ਹਾਂ ਇਹਨਾਂ ਨੇ ਸਾਰਾ ਪ੍ਰਸੰਗ ਜਿਹੜਾ ਸੀਗਾ ਸਤਿਗੁਰਾਂ ਕੋਲੇ ਦੱਸਣਾ ਕੀਤਾ। ਗੁਰੂ ਸਾਹਿਬ ਜੀ ਕਹਿੰਦੇ ਕੱਲ ਵੀ ਉਹਦੇ ਹੁਕਮ 'ਚ ਹੀ ਹੋਇਆ ਤੇ ਅੱਜ ਵੀ ਉਹਦੇ ਹੁਕਮ 'ਚ ਹੀ ਹੋਇਆ। ਪਹਿਲਾਂ ਲੁਟਾਇਆ ਤੇ ਫਿਰ ਲੁੱਟਿਆ। ਕਈ ਵਾਰੀ ਗੁਰੂ ਪਿਆਰਿਓ ਸ਼ੇਰ ਵੀ ਜਦ ਹਮਲਾ ਕਰਦਾ ਨਾ ਪਹਿਲਾਂ 2 ਕਦਮਾਂ ਪਿਛਾਂਹ ਨੂੰ ਜਾਂਦਾ, 3-4 ਕਦਮਾਂ ਪਿਛਾਂਹ ਨੂੰ ਜਾ ਕੇ ਫਿਰ ਚਾਣ ਚੱਕ ਹਮਲਾ ਕਰਦਾ ਹੈ, ਜਿਹਦੇ ਨਾਲ ਉਹਦੀ ਛਾਲ ਹੋਰ ਵੀ ਲੰਮੀ ਹੋ ਜਾਂਦੀ ਹੈ ਜ਼ੋਰ ਭਰ ਕੇ। ਇਸੇ ਤਰ੍ਹਾਂ ਖਾਲਸੇ ਨੇ ਕੱਲ ਲੁਟਾਇਆ ਤੇ ਅੱਜ ਲੁੱਟ ਵੀ ਲਿਆ। ਤੁਰਕਾਨੇ ਕੀ ਸੁਣੀ ਹੈ ਭਾਜੇ ਹੋਏ ਬਿਹਾਲ ਪਟਾਨੀ ਹੈ। ਉਧਰ ਕੀ ਹੋਇਆ ਪਠਾਨਾਂ ਦਾ, ਮੁਗਲਾਂ ਦਾ, ਇਹਨਾਂ ਤੁਰਕਾਂ ਦਾ ਕੀ ਬਣਿਆ ਸੁਣਨਾ ਕਰੀਏ ਜੀ। ਸਾਹੋ ਨਰੰਗੇ ਨਿਕਟ ਪੁਕਾਰੇ ਗੁਰ ਕੀ ਦਲ ਸਿੰਘਨ ਹਮ ਮਾਰੇ। ਔਰ ਜਾ ਕੇ ਔਰੰਗਜ਼ੇਬ ਦੇ ਕੋਲੇ ਪੁਕਾਰਦੇ ਹਨ
ਬੇਨਤੀਆਂ ਕਰਦੇ ਆ, ਰੋਂਦੇ ਆ, ਸਾਨੂੰ ਸਿੰਘਾਂ ਨੇ ਲੁੱਟ ਲਿਆ ਹੈ। ਜੋ ਉਮਰ ਆਪ ਗਿਓ ਬਨ ਵੀਰਾ, ਦੇਖਤ ਗੁਰ ਕੋ ਭਇਓ ਫਕੀਰ। ਜਿਹੜਾ ਤੁਸੀਂ ਵੱਡਾ ਜਰਨੈਲ ਬਣਾ ਕੇ ਭੇਜਿਆ ਸੀ ਫੌਜ ਨਾਲ ਸੈਦ ਖਾਨ, ਉਹ ਤਾਂ ਗੁਰੂ ਨੂੰ ਵੇਖਦਿਆਂ ਹੀ ਸਾਧ ਬਣ ਗਿਆ। ਜਾਣਿਓ ਕਿਉ ਨਾ ਕਿਤ ਕੋ ਗਿਓ, ਸਭ ਲਸ਼ਕਰ ਮੇ ਅਚਰਜ ਭਇਓ। ਉਹਦਾ ਤਾਂ ਜਾਂਦੇ ਦਾ ਪਤਾ ਨਹੀਂ ਲੱਗਿਆ, ਸਾਰੀ ਫੌਜ ਨੂੰ ਛੱਡ ਕੇ, ਘੋੜਾ ਸ਼ਾਸਤਰ ਛੱਡ ਕੇ, ਸਭ ਕੁਝ ਖਾਲੀ ਹੱਥ ਜੰਗਲਾਂ ਵਿੱਚ ਕਿੱਧਰ ਨੂੰ ਚਲਾ ਗਿਆ। ਬੜੋ ਬਹਾਦਰ ਜੋ ਰਮਜ਼ਾਨ, ਮਾਰ ਦੀਨ ਤਜ ਕੇ ਇੱਕ ਬਾਨ। ਦੂਜਾ ਜਰਨੈਲ ਸੀਗਾ ਰਮਜ਼ਾਨ ਖਾਨ, ਉਹਨੂੰ ਵੀ ਗੁਰੂ ਨੇ ਇੱਕੋ ਤੀਰ ਨਾਲ ਮਾਰ ਕੇ ਰੱਖ ਦਿੱਤਾ। ਅਲਪ ਚਮਕ ਕੱਚ ਗੁਰ ਕੇ ਸੰਗ, ਹਤੇ ਹਜ਼ਾਰੋ ਕਰ ਕਰ ਜੰਗ। ਔਰ ਅਸੀਂ ਲੱਖਾਂ ਦੀ ਗਿਣਤੀ ਵਿੱਚ ਸੀ, ਗੁਰੂ ਕੋਲੇ ਬਹੁਤ ਥੋੜੀ ਫੌਜ ਸੀ, ਤੇ ਗੁਰੂ ਨੇ ਬਹੁਤ ਥੋੜੀ ਫੌਜ ਦੇ ਲੈ ਕਰਕੇ ਸਾਡੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਖਤਮ ਕਰ ਦਿੱਤੀ ਆ। ਆਵਤ ਲੂਟ ਲੀਨ ਤਨ ਸਾਰਾ, ਮਗ ਮੇ ਦਸ ਕਰ ਮਿਲ ਕਰ ਮਾਰਾ। ਅਸੀਂ ਇੱਕ ਵਾਰ ਜ਼ੋਰ ਪਾ ਕੇ ਲੁੱਟ ਲਿਆ ਸੀਗਾ, ਪਰ ਦੁਬਾਰਾ ਫਿਰ ਦੂਜੇ ਦਿਨ ਉਹਨਾਂ ਨੇ ਹਮਲਾ ਕਰ ਦਿੱਤਾ। ਰਸਤੇ ਵਿੱਚ ਆਉਂਦਿਆਂ ਨੂੰ ਲੁੱਟ ਲਿਆ ਔਰ ਲਸ਼ਕਰ ਬਹੁਤ ਸਾਡਾ ਮਾਰ ਦਿੱਤਾ ਜੀ। ਸੰਤਨ ਰੰਗਾ ਕੋ ਪਛਤਾਇਓ, ਪਛਤਾ ਚਾਹਤ ਮੈਂ ਰੌਣ ਮਚਾਇਓ। ਤਾਂ ਹੁਣ ਔਰੰਗਜ਼ੇਬ ਬੜਾ ਦੁਖੀ ਹੋਇਆ ਕਿ ਮੇਰੇ ਰਾਜ ਦੇ ਵਿੱਚ ਇਹਨਾਂ ਨੇ ਰੌਲਾ ਪਾ ਦਿੱਤਾ। ਕੋਈ ਵੀ ਰਾਜਾ ਨਹੀਂ ਚਾਹੁੰਦਾ ਕਿ ਮੇਰੇ ਰਾਜ ਵਿੱਚ ਰੌਲਾ ਪਵੇ, ਪਰ ਜਦੋਂ ਰਾਜਿਆਂ ਨੂੰ ਰਾਜ ਕਰਨਾ ਨਹੀਂ ਆਉਂਦਾ ਫਿਰ ਰੌਲੇ ਪੈਂਦੇ ਹੀ ਆ। ਇਸ ਤਰ੍ਹਾਂ ਗੁਰੂ ਪਿਆਰਿਓ, ਕਿਧਰੇ ਨੌਕਰੀਆਂ ਨੂੰ ਲੈ ਕੇ ਰੌਲੇ ਪਈ ਜਾਂਦੇ ਆ, ਕਿਧਰੇ ਤਰ੍ਹਾਂ ਤਰ੍ਹਾਂ ਦੀਆਂ ਗਲਤੀਆਂ ਜੋ ਰਾਜੇ ਕਰਦੇ ਆ ਉਹਨਾਂ ਨੂੰ ਲੈ ਕੇ ਰੌਲੇ ਪਈ ਜਾਂਦੇ ਆ। ਔਰੰਗਜ਼ੇਬ ਵੀ ਰੌਲਾ ਆਪਣਾ ਪਛਤਾਉਣ ਲੱਗਿਆ ਕਿ ਮੇਰੇ ਰਾਜ ਦੇ ਵਿੱਚ ਪਹਿਲਾਂ ਇਹਨਾਂ ਦੇ ਪਿਤਾ ਨੇ ਤੇ ਹੁਣ ਇਸ ਨੇ ਰੌਲਾ ਮਚਾ ਛੱਡਿਆ ਹੈ। ਕਰਾਮਾਤ ਕੋ ਸੁਨ ਸੁਨ ਜਰੇ, ਗੁਰ ਵਡਿਆਈ ਕੋ ਨ ਜਰੇ। ਔਰ ਗੁਰੂ ਘਰ ਦੀ ਕਰਾਮਾਤੀ ਸ਼ਕਤੀ ਬਾਰੇ ਵੀ ਜਾਣਦਾ ਇਹ। ਬਸ ਇਹੀ ਚਾਹੁੰਦਾ ਸੀ ਕਿ ਤੇਗ ਬਹਾਦਰ ਇਹ ਕਹਿ ਦੇਣ ਕਿ ਇਹ ਕਰਾਮਾਤ ਮੈਂ ਵਿਖਾਈ ਆ। ਜਿੱਥੇ ਮੈਂ ਆ ਜਾਂਦੀ ਆ ਉੱਥੇ ਜਿਹੜੀ ਸ਼ਕਤੀ ਹੈ ਨਾ ਉਹ ਖਤਮ ਹੋ ਜਾਂਦੀ ਹੈ। ਤੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਵਾਰੀ ਵੀ ਮੂੰਹ ਚੋਂ ਨਹੀਂ ਕਿਹਾ ਕਿ ਆਹ ਕਰਾਮਾਤ ਮੈਂ ਕੀਤੀ ਹੈ, ਭਾਵੇਂ ਕਿ ਉੱਥੇ ਕਰਾਮਾਤਾਂ ਬਹੁਤ ਹੋਈਆਂ ਦਿੱਲੀ ਵਿੱਚ। ਜਿਸ ਤਰ੍ਹਾਂ ਇੱਕ ਵਾਰੀ ਉਹਦੇ ਵਜ਼ੀਰਾਂ ਨੇ ਔਰੰਗਜ਼ੇਬ ਨੂੰ ਸਲਾਹ ਦਿੱਤੀ, ਆਪਾਂ ਤੇਗ ਬਹਾਦਰ ਦਾ ਪਹਿਲਾਂ ਧਰਮ ਖਤਮ ਕਰੀਏ, ਫਿਰ ਇਹ ਮੰਨੂਗਾ ਆਪਣੇ ਜਿਹੜਾ ਮੁਸਲਮਾਨੀ ਧਰਮ ਨੂੰ। ਕਹਿੰਦੇ ਵੀ ਕਿਵੇਂ ਕਰੀਏ? ਐਂ ਕਰੀਏ, ਆਪਾਂ ਇਹਨੇ ਕਈ ਦਿਨ ਹੋ ਗਏ ਭੋਜਨ ਨਹੀਂ ਖਾਧਾ, ਤੇ ਆਪਾਂ ਚੌਲ ਬਣਾਈਏ ਤੇ ਚੌਲਾਂ ਵਿੱਚ ਗਾਂ ਦਾ ਮਾਸ ਪਾ ਦਈਏ, ਇਹ ਲੋਕ ਖਾਂਦੇ ਨਹੀਂ ਤੇ ਆਪਾਂ ਖਵਾ ਦਈਏ। ਕਹੋ ਸਤਨਾਮ। ਤੇ ਕਹਿੰਦੇ ਉਹਨਾਂ ਨੇ ਫਿਰ ਚੌਲ ਰਿੰਨੇ ਤੇ ਵਿੱਚ ਉਹਦੇ ਗਾਂ ਦੇ ਮਾਸ ਦੇ ਟੁਕੜੇ ਪਾ ਦਿੱਤੇ ਸਤਿਗੁਰਾਂ ਦਾ ਧਰਮ ਖਤਮ ਕਰਨ ਵਾਸਤੇ। ਤੇ ਕਹਿੰਦੇ ਉਸੇ ਵੇਲੇ ਫਿਰ ਕੀ ਹੋਇਆ, ਗੁਰੂ ਪਾਤਸ਼ਾਹ ਦੇ ਕੋਲ ਹਵੇਲੀ ਦੇ ਵਿੱਚ ਲਿਆਏ ਜਿੱਥੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਹੈ। ਗੁਰੂ ਪਿਆਰਿਓ, ਜਿਸ ਵੇਲੇ ਉੱਥੇ ਲੈ ਕੇ ਆਏ ਤੇ ਉਹਨਾਂ ਨੇ ਕਿਹਾ, ਮਹਾਰਾਜ ਤੁਸੀਂ ਕਾਫੀ ਸਮਾਂ ਹੋ ਗਿਆ ਭੋਜਨ ਨਹੀਂ ਛਕਿਆ, ਭੋਜਨ ਛਕ ਲਓ। ਪਾਤਸ਼ਾਹ ਕਹਿੰਦੇ ਨਹੀਂ ਅਸੀਂ ਖਾਧਾ, ਸਾਨੂੰ ਕੋਈ ਲੋੜ ਨਹੀਂ ਹੈ। ਕਹਿੰਦੇ ਨਹੀਂ ਥੋੜ੍ਹਾ ਤਾਂ ਖਾਓ। ਪਾਤਸ਼ਾਹ ਕਹਿੰਦੇ ਨਹੀਂ ਸਾਨੂੰ ਲੋੜ ਨਹੀਂ ਹੈ। ਹੁਣ ਜਾਣੀ ਜਾਣ ਸਤਿਗੁਰੂ ਕੀ ਨਹੀਂ ਜਾਣਦੇ। ਅਖੀਰ ਜਦੋਂ 3-4 ਵਾਰੀ ਕਿਹਾ, ਕਹਿੰਦੇ ਲਾਹੋ ਕਾ ਢੱਕਣ ਕੀ ਬਣਾ ਕੇ ਲਿਆਇਓ। ਜਦ ਦੇਗੇ ਤਾਂ ਢੱਕਣ ਲਾਇਆ, ਜਿੰਨੇ ਚੌਲ ਸੀ, ਜਿੰਨੇ ਮਾਸ ਦੇ ਟੁਕੜੇ ਸੀਗੇ, ਉਹਦੇ ਵਿੱਚੋਂ ਸੂਰਾਂ ਦੇ ਬੱਚੇ ਬਣ ਭੱਜਣੇ ਸ਼ੁਰੂ ਹੋਏ। ਕਹੋ ਸਤਨਾਮ। ਕਿਉਂਕਿ ਪਾਤਸ਼ਾਹ ਦਾ ਬਚਨ ਹੈ ਵੀ ਜਿਹੋ ਜਿਹਾ ਅਸੀਂ ਕਿਸੇ ਦਾ ਸੋਚਾਂਗੇ ਉਹੋ ਜਿਹਾ ਅਗਲਾ ਸਾਡੇ ਬਾਰੇ ਸੋਚੂਗਾ। ਪਰ ਕਾ ਬੁਰਾ ਨਾ ਰਾਖੋ ਚੇਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਇਸ ਕਰਕੇ ਗੁਰੂ ਪਿਆਰਿਓ, ਉਹਨਾਂ ਨੇ ਗੁਰੂ ਸਾਹਿਬ ਦਾ ਧਰਮ ਖਤਮ ਕਰਨ ਦੀ ਸੋਚੀ ਸੀ, ਤੇ ਉਧਰੋਂ ਪਰਮੇਸ਼ਰ ਨੇ, ਅਕਾਲ ਪੁਰਖ ਨੇ ਐਸੀ ਕਲਾ ਵਰਤਾਈ ਕਿ ਇਹ ਜਿਹੜਾ ਮੁਸਲਮਾਨ ਹੈ ਇਹ ਸੂਰ ਤੋਂ ਬੜਾ ਡਰਦਾ। ਨਾ ਇਹ ਸੂਰ ਦਾ ਮਾਸ ਖਾਂਦੇ ਆ, ਨਾ ਇਹ ਸੂਰ ਨੂੰ ਆਪਣੇ ਕੱਪੜਿਆਂ ਨਾਲ ਲਾਉਣਾ ਚਾਹੁੰਦੇ ਆ, ਤੇ ਸੂਰ ਨੂੰ ਵੇਖ ਕੇ ਡਰ ਜਾਂਦੇ ਆ। ਕਈ ਵਾਰੀ ਕਹਾਵਤ ਵੀ ਬਣੀ ਆ, ਕਿਵੇਂ ਵੇਖਦਾ ਜਿਵੇਂ ਮੁਸਲਮਾਨ ਸੂਰ ਨੂੰ ਵੇਖਦਾ। ਕਹੋ ਸਤਨਾਮ। ਹੋਇਆ ਕੀ ਕਿ ਉਹ ਦੇਗੇ ਵਿੱਚੋਂ ਇੰਨੇ ਸੂਰਾਂ ਦੇ ਬੱਚੇ ਨਿਕਲੇ ਤੇ ਸਾਰੀ ਦਿੱਲੀ ਦੇ ਵਿੱਚ, ਉਹ ਚੌਂਕ ਚਾਂਦਨੀ ਚੌਂਕ ਦੇ ਵਿੱਚ ਸਾਰੇ ਘਰਾਂ ਵਿੱਚ ਫੈਲਣੇ ਸ਼ੁਰੂ ਹੋ ਗਏ। ਮੁਸਲਮਾਨਾਂ ਦੇ ਘਰਾਂ ਦੇ ਵਿੱਚ ਜਾ ਵੜੇ, ਰਸੋਈਆਂ ਵਿੱਚ ਜਾ ਵੜੇ, ਉਹਨਾਂ ਦੇ ਭਾਂਡਿਆਂ ਨਾਲ ਜਾ ਵੱਜੇ, ਉਹਨਾਂ ਦੇ ਪਾਣੀ ਦੇ ਘੜਿਆਂ ਨਾਲ ਜਾ ਵੱਜੇ, ਕਿਸੇ ਦੇ ਪੈਰਾਂ ਵਿੱਚ ਲੱਤਾਂ 'ਚ ਵੱਜਦੇ ਫਿਰਦੇ ਆ, ਕੱਪੜਿਆਂ ਨਾਲ ਲੱਗ ਗਏ।
ਤੇ ਗੁਰੂ ਪਿਆਰਿਓ ਸਾਰੇ ਮੁਸਲਮਾਨ ਹੁਣ ਅੱਲਾ ਅੱਲਾ ਕਰਦੇ ਫਿਰਦੇ ਐ ਤੇ ਨਾਲੇ ਜਿੰਨੀਆਂ ਬੇਗਮਾਂ ਮੁਸਲਮਾਨੀਆਂ ਬੀਬੀਆਂ ਹਨ ਉਹ ਸਾਰੀਆਂ ਔਰੰਗਜ਼ੇਬ ਨੂੰ ਫਟਕਾਰਾਂ ਪਾਉਂਦੀਆਂ ਕਿ ਐਵੇਂ ਅੱਲਾ ਦੇ ਪਿਆਰਿਆਂ ਨਾਲ ਖੁਦਾ ਦੇ ਪਿਆਰਿਆਂ ਨਾਲ ਆਡੇ ਵਿੜਦਾ ਫਿਰਦਾ ਹੈ। ਇਹ ਖਤਮ ਹੋਵੇਗਾ ਇੱਕ ਦਿਨ। ਉਹਨਾਂ ਦੀ ਜਨਤਾ ਵੀ ਉਹਨੂੰ ਇਸ ਤਰ੍ਹਾਂ ਕਹਿ ਰਹੀ ਹੈ। ਸੋ ਇਸ ਤਰ੍ਹਾਂ ਗੁਰੂ ਪਿਆਰਿਓ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਰਾਮਾਤ ਨੂੰ ਦੇਖ ਚੁੱਕੇ ਹੈ, ਭਾਵੇਂ ਕਿ ਉਹ ਚਾਹੁੰਦਾ ਸੀ ਗੁਰੂ ਸਾਹਿਬ ਇਹ ਕਹਿ ਦੇਣ ਕਿ ਮੈਂ ਕਰਾਮਾਤ ਕੀਤੀ ਹੈ, ਪਰ ਉਹਨਾਂ ਨੇ ਕਿਹਾ ਹੀ ਨਹੀਂ, ਕੁਦਰਤੀ ਹੋ ਰਹੀ ਆ। ਭਾਵੇਂ ਕਿ ਉਹਨਾਂ ਦੀ ਕਲਾ ਹੀ ਵਰਤ ਰਹੀ ਹੈ ਸਾਰੀ। ਚਾਂਦਨੀ ਚੌਕ ਦੇ ਵਿੱਚ ਰਹਿਣ ਵਾਲੇ ਸਿੱਖਾਂ ਦੇ ਘਰ ਵੀ ਹੈ, ਉਹ ਯਾਦ ਕਰਦੇ ਆ ਮਹਾਰਾਜ ਘਰੇ ਚਰਨ ਹੀ ਪਾ ਜਾਓ, ਪ੍ਰਸ਼ਾਦਾ ਛਕ ਲਓ। ਉਧਰ ਗੁਰੂ ਸਾਹਿਬ ਪਿੰਜਰੇ ਵਿੱਚ ਭਾਵ ਜੇਲ੍ਹ ਵਿੱਚ ਬੰਦ ਹਨ ਤੇ ਇੱਧਰ ਗੁਰੂ ਸਾਹਿਬ ਸਿੱਖ ਦੇ ਘਰੇ ਪ੍ਰਸ਼ਾਦਾ ਛਕੀ ਜਾਂਦੇ ਆ। ਕਿਸੇ ਮੁਗਲ ਨੇ ਦੇਖ ਲਿਆ, ਕਿਸੇ ਕਾਜੀ ਨੇ ਵੇਖ ਲਿਆ, ਜਾ ਕੇ ਭੱਜ ਕੇ ਔਰੰਗੇ ਨੂੰ ਕਹਿੰਦਾ ਤੁਸੀਂ ਗੁਰੂ ਤੇਗ ਬਹਾਦਰ 'ਤੇ ਸਖਤਾਈ ਕਿਉਂ ਨਹੀਂ ਕਰਦੇ? ਉਹ ਤਾਂ ਜਿਹੜਾ ਹੈ ਉੱਧਰ ਸਿੱਖਾਂ ਦੇ ਘਰੇ ਪ੍ਰਸ਼ਾਦਾ ਛਕਦਾ ਫਿਰਦਾ। ਉਹਨੇ ਆ ਕੇ ਪਹਿਰੇਦਾਰਾਂ ਨੂੰ ਝਿੜਕਣਾ। ਪਹਿਰੇਦਾਰ ਕਹਿੰਦੇ ਗੇਟ ਬੰਦ ਪਿਆ, ਜਿੰਦਾ ਲੱਗਿਆ ਹੋਇਆ, ਅਸੀਂ ਖੋਲ੍ਹਿਆ ਨਹੀਂ, ਅੰਦਰ ਹੀ ਨਾ ਉਹ। ਤਾਂ ਗੁਰੂ ਪਿਆਰਿਓ 2-3 ਵਾਰੀ ਲਾਂਭੇ ਗਏ। ਇਸ ਤਰ੍ਹਾਂ ਪਹਿਰੇਦਾਰ 'ਤੇ ਸਖਤਾਈ ਕਰਤੀ, ਡਬਲ ਪਹਿਰੇਦਾਰ ਕਰਤੇ, 2-2 ਘੰਟੇ 3-3 ਘੰਟੇ ਵੀ ਅੱਖ ਨਾ ਝਪਕੇ ਕਿਸੇ ਦੀ। ਤੇ ਇੱਕ ਦਿਨ ਫਿਰ ਗੁਰੂ ਤੇਗ ਬਹਾਦਰ ਜੀ ਕਿਸੇ ਦੇ ਘਰ ਬੈਠੇ ਆ ਤੇ ਉਹ ਭੱਜ ਕੇ ਆਇਆ ਤੇ ਇੱਕ ਬੰਦਾ ਪਹਿਰੇਦਾਰ ਕੋਲੇ ਗਿਆ, ਵੇਖਿਆ ਵੀ ਇੱਥੇ ਗੁਰੂ ਤੇਗ ਬਹਾਦਰ ਹੈ, ਕਹਿੰਦੇ ਵੀ ਉੱਥੇ ਵੀ ਹੈ ਤੇ ਉੱਥੇ ਵੀ ਹੈ। ਤੇ ਪਰ ਫਿਰ ਵੀ ਉਹਨੇ ਜਾ ਕੇ ਔਰੰਗਜ਼ੇਬ ਨੂੰ ਦੱਸਿਆ ਕਿ ਅੱਜ ਫਿਰ ਮੈਂ ਸਿੱਖਾਂ ਦੇ ਘਰੇ ਬੈਠਿਆਂ ਨੂੰ ਦੇਖ ਕੇ ਆਇਆ। ਉਹਨੇ 2 ਬੰਦੇ ਭਜਾਏ, ਇੱਕ ਚਾਂਦਨੀ ਚੌਕ ਦੀ ਉਸ ਗਲੀ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਦੱਸ ਪਈ ਸੀ, ਤੇ ਇੱਕ ਜੇਲ੍ਹ ਵਿੱਚ ਭਜਾਇਆ। ਉਧਰ ਸਤਿਗੁਰ ਜੇਲ੍ਹ 'ਚ ਦਿਖਾਈ ਦਿੱਤੇ ਤੇ ਉਧਰੋਂ ਉਹ ਸਿੱਖ ਦੇ ਘਰੇ ਦਿਖਾਈ ਦਿੱਤੇ। ਤੇ ਅਖੀਰ ਗੁਰੂ ਪਿਆਰਿਓ ਪਹਿਰੇਦਾਰ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦਾ ਮਹਾਰਾਜ ਮੇਰੇ ਜਵਾਕਾਂ ਦਾ ਵੀ ਖਿਆਲ ਰੱਖੋ, ਮੇਰੇ ਤੇ ਭੀੜ ਪੈ ਜਾਂਦੀ ਹੈ, ਜਦੋਂ ਤੁਸੀਂ ਚਲੇ ਜਾਂਦੇ ਹੋ ਤੇ ਔਰੰਗਜ਼ੇਬ ਮੈਨੂੰ ਸਖਤਾਈ ਕਰਦਾ, ਮੈਨੂੰ ਝਿੜਕਾਂ ਮਾਰਦਾ ਹੈ, ਮੈਨੂੰ ਸਜ਼ਾ ਦਿੰਦਾ ਹੈ, ਤੁਸੀਂ ਮਹਾਰਾਜ ਨਾ ਜਾਇਆ ਕਰੋ। ਪਾਤਸ਼ਾਹ ਕਹਿੰਦੇ ਚੱਲ ਨਹੀਂ ਜਾਂਦੇ, ਕਿਉਂਕਿ ਸਤਿਗੁਰ ਦਾ ਸੁਭਾਅ ਹੀ ਐਸਾ ਜੋ ਸ਼ਰਨ ਆਵੇ ਤਿਸ ਕੰਠ ਲਗਾਵੇ ਬਿਰਧ ਸੁਆਮੀ ਸੰਦਾ। ਇਸ ਕਰਕੇ ਅੱਜ ਔਰੰਗਜ਼ੇਬ ਜਿਹੜਾ ਗੁਰੂ ਘਰ ਦੀ ਕਰਾਮਾਤ ਨੂੰ ਦੇਖ ਚੁੱਕੇ ਕਿ ਇਸ ਘਰ ਵਿੱਚ ਸ਼ਕਤੀ ਬਹੁਤ ਹੈ, ਉਹਦਾ ਵੀ ਇਹੀ ਖਿਆਲ ਸੀਗਾ ਬਈ ਮੈਂ ਜਿਹੜਾ ਹੈ ਸਾਰੇ ਭਾਰਤ ਨੂੰ ਮੁਸਲਮਾਨ ਬਣਾ ਦਿਆਂ। ਪਰ ਜੇ ਵਿਚਾਲੇ ਗੁਰੂ ਤੇਗ ਬਹਾਦਰ ਨਾ ਅੜਦੇ ਫਿਰ ਉਹਦਾ ਇਹ ਮਿਸ਼ਨ ਪੂਰਾ ਹੋ ਜਾਂਦਾ, ਪਰ ਗੁਰੂ ਤੇਗ ਬਹਾਦਰ ਜੀ ਨੇ ਉਹਨੂੰ ਰੋਕ ਦਿੱਤਾ। ਇਸ ਕਰਕੇ ਕਰਾਮਾਤ ਕੋ ਸੁਣ ਸੁਣ ਜਰੇ, ਗੁਰ ਵਡਿਆਈ ਕੋ ਨਹਿ ਜਰੇ। ਗੁਰੂ ਘਰ ਦੀ ਵਡਿਆਈ ਨੂੰ ਸੁਣ ਕੇ ਇਹ ਝੱਲਦਾ ਨਹੀਂ, ਅੰਦਰ ਹੀ ਅੰਦਰ ਬੜਾ ਸੜਦਾ। ਸਿਰ ਕੋ ਤੁਨ ਤੁਨ ਮਨ ਦੁਖ ਪਾਵੈ, ਕਹਾ ਕਰੇ ਕਿਛ ਬਸ ਨਾ ਬਸਾਵੈ। ਬਸ ਬੈਠਾ ਸਿਰ ਹੀ ਮਾਰੀ ਜਾਂਦਾ ਹੈ ਕਿ ਇਹਨਾਂ ਦੀ ਪਾਵਰ ਸਾਡੀ ਮੁਸਲਮਾਨੀ ਧਰਮ ਤੋਂ ਵੱਧ ਹੈ। ਜੋ ਮੈਂ ਚਾਹੁੰਦਾ ਸੀਗਾ ਕਿ ਸਾਰੇ ਸੰਸਾਰ ਵਿੱਚ ਸਾਡਾ ਮੁਸਲਮਾਨੀ ਧਰਮ ਹੋਵੇ, ਸ਼ਾਇਦ ਇਹ ਮੇਰਾ ਮਿਸ਼ਨ ਪੂਰਾ ਨਹੀਂ ਹੋਣ ਦੇਣਗੇ। ਇਨਕੇ ਪਿਤਾ ਸੰਗ ਮੈਂ ਅਰਿਓ, ਦਿੱਲੀ ਪੁਰ ਤੇ ਬਾਹਰ ਕਰਿਓ। ਔਰ ਜਦੋਂ ਮੈਂ ਇਹਨਾਂ ਦੇ ਪਿਓ ਨਾਲ ਅੜਿਆ ਤੇ ਇਹਨਾਂ ਦੇ ਪਿਓ ਨੂੰ ਮੈਂ ਸ਼ਹੀਦ ਕਰ ਦਿੱਤਾ ਤੇ ਮੈਨੂੰ ਦਿੱਲੀ ਵਿੱਚੋਂ ਬਾਹਰ ਕੱਢ ਦਿੱਤਾ, ਕਿਉਂਕਿ ਤੇਗ ਬਹਾਦਰ ਜੀ ਦੇ ਨਾਲ ਸਿੰਘ ਵੀ ਸ਼ਹੀਦ ਕੀਤੇ ਗਏ, ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ। ਤੇ ਉਸ ਤੋਂ ਬਾਅਦ ਕੀ ਹੋਇਆ, ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋ ਗਈ, ਸੀਸ ਉਹਨਾਂ ਦਾ ਅਨੰਦਪੁਰ ਸਾਹਿਬ ਲੈ ਆਂਦਾ, ਧੜ ਉਹਨਾਂ ਦਾ ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੰਭਾਲ ਦਿੱਤਾ, ਸੰਸਕਾਰ ਕਰ ਦਿੱਤਾ। ਜਦੋਂ ਇਹ ਰਾਤ ਨੂੰ ਸੁੱਤਾ ਨਾ ਤੇ ਮਤੀ ਦਾ ਸਤੀ ਦਾ ਹੋਰਾਂ ਦੀ ਰੂਹਾਂ ਇਹਦੇ ਉੱਤੇ ਆ ਚੜੀਆਂ, ਇਹਨੂੰ ਸੁੱਤੇ ਪਏ ਨੂੰ ਸੌਣ ਨਾ ਦੇਣ। ਜਦੋਂ ਮਾੜੀ ਜੀ ਅੱਖ ਲੱਗੇ ਉਹ ਸਿੰਘ ਇਸ ਨੂੰ ਡਰਾਉਣ, ਭਾਈ ਦਿਆਲਾ, ਮਤੀ ਦਾਸ, ਸਤੀ ਦਾਸ ਕਹਿੰਦੇ ਤੈਨੂੰ ਦਿੱਲੀ 'ਚ ਨਹੀਂ ਸੌਣ ਦੇਣਾ, ਅਸੀਂ ਤੈਨੂੰ ਦਿੱਲੀ ਦੀ ਹੱਦ 'ਚੋਂ ਬਾਹਰ ਨਿਕਲਣਾ ਪੈਣਾ। ਹੁਣ ਕਹੋ ਸਤਨਾਮ, ਇਹ ਦਿੱਲੀ ਹੁਣ ਤੇਰੀ ਨਹੀਂ ਹੈ, ਗੁਰੂ ਤੇਗ ਬਹਾਦਰ ਦੀ ਹੋ ਗਈ ਹੈ। ਤੇ ਗੁਰੂ ਪਿਆਰਿਓ ਨੇ ਕਈ ਦਿਨ ਕੋਸ਼ਿਸ਼ ਕੀਤੀ ਕਿ ਮੈਂ ਦਿੱਲੀ ਦੇ ਵਿੱਚ ਰਹਾਂ, ਆਰਾਮ ਕਰਾਂ, ਇੱਥੇ ਮੇਰਾ ਮਹਿਲ ਹੈ, ਇੱਥੇ ਮੇਰਾ ਰਿਹਾਇਸ਼ ਹੈ। ਪਰ ਅਖੀਰ ਇਸ ਨੂੰ ਦਿੱਲੀ ਦੀ ਜੂਹ ਟੱਪ ਕੇ ਅੱਗੇ ਜਾ ਕੇ ਔਰੰਗਾਬਾਦ ਜਿਹੜਾ ਨਵਾਂ ਨਗਰ ਵਸਾਇਆ ਇਹਨੇ, ਉੱਥੇ ਜਾ ਕੇ ਇਹਨੂੰ ਰਹਿਣਾ ਪਿਆ। ਆਵੇ ਸਾਬਿਤ ਜੋਰ ਜਨਾਬੈ, ਕਹੇ ਬਿਨਾ ਇਨਾ ਕਿਉਂ ਬਨ ਆਵੇ। ਔਰ ਪਹਿਲਾਂ ਇਹਦੇ ਪਿਤਾ ਨੇ ਮੈਨੂੰ ਦਿੱਲੀ 'ਚੋਂ ਬਾਹਰ ਕੱਢ ਦਿੱਤਾ, ਹੁਣ ਇਹ ਮੇਰੇ ਤੇ ਜ਼ੋਰ ਪਾ ਰਹੇ ਆ, ਮੇਰੀਆਂ ਫੌਜਾਂ ਨੂੰ ਹਰਾ ਦਿੱਤਾ ਹੈ, ਫੌਜਾਂ ਨੂੰ ਮਾਰ ਦਿੱਤਾ ਹੈ, ਇਹਨੂੰ ਫੜਨਾ ਹੀ ਪੈਣਾ।
ਫੜੇ ਤੋਂ ਬਿਨਾ ਮੇਰੀ ਗੱਲ ਨਹੀਂ ਬਣਨੀ ਜੀ। ਇਤਿਆਦਿਕ ਵਿਚਾਰ ਕੋ ਬਾਤੀ ਨੀਟ ਨੀਟ ਕਰ ਬਿਦਤੀ ਰਾਤੀ। ਤਾਂ ਜਿਵੇਂ ਕਿਵੇਂ ਅੱਜ ਦੀਆਂ ਖਬਰਾਂ ਸੁਣ ਕੇ ਹਾਰੀਆਂ ਹੋਈਆਂ ਫੌਜਾਂ ਦੇ ਕੋਲੋਂ ਨੀਠ ਨੀਠ ਜਿਵੇਂ ਕਿਵੇਂ ਇਸ ਨੇ ਰਾਤ ਲੰਘਾਈ ਹੈ। ਰਾਤ ਸਮੇਂ ਨਿਜ ਸਭਾ ਲਗਾਈ ਮੰਤਰੀ ਸਿਆਣੇ ਲੀਨ ਬੁਲਾਈ। ਔਰ ਦੂਜਾ ਦਿਨ ਚੜਿਆ ਇਹਨੇ ਆਪਣੀ ਸਭਾ ਲਾਈ ਹੈ ਤੇ ਸਭਾ ਦੇ ਵਿੱਚ ਆਪਣੇ ਸਾਰੇ ਸਿਆਣੇ ਮੰਤਰੀ ਵਜ਼ੀਰ ਆਦਿ ਇਕੱਠੇ ਕੀਤੇ ਜੀ। ਆਜੀ ਬ੍ਰਿੰਦ ਮੌਲਵੀ ਆਏ ਦੀਨ ਸ਼ਰਾ ਕੇ ਹੱਠੀ ਸੁਨਾਏ। ਔਰ ਸ਼ਰਾ ਦੇ ਹੱਠੀ ਇਹ ਜਿੱਦੀ ਬੰਦੇ ਨੇ ਉਹਨਾਂ ਮੌਲਵੀਆਂ ਕਾਜ਼ੀਆਂ ਵਜ਼ੀਰਾਂ ਮੰਤਰੀਆਂ ਨੂੰ ਇਕੱਠੇ ਕਰਕੇ ਗੱਲਬਾਤ ਸ਼ੁਰੂ ਕੀਤੀ ਹੈ। ਜਬ ਸਭ ਬੈਠੇ ਹੁਕਮ ਉਚਾਰਾ ਜੇ ਪਗੈਲ ਆਏ ਰਨਹਾਰਾ। ਔਰ ਫਿਰ ਗੱਲ ਚਲਾਈ ਕਿ ਜਿਹੜੀ ਮੈਂ ਕੱਲ ਪਰਸੋਂ ਫੌਜ ਭੇਜੀ ਸੀਗੀ ਆਨੰਦਪੁਰ ਸਾਹਿਬ ਤੇ ਚੜਾ ਕੇ ਗੁਰੂ ਗੋਬਿੰਦ ਸਿੰਘ ਨੂੰ ਫੜਨ ਵਾਸਤੇ, ਉਹ ਸਾਰੇ ਭੱਜ ਕੇ ਆ ਗਏ ਹਨ ਤੇ ਸਾਡੀ ਫੌਜ ਦਾ ਖਾਤਮਾ ਕਰ ਦਿੱਤਾ ਜੇ। ਕਰੋ ਹਕਾਲਨ ਕਹੇ ਪ੍ਰਸੰਗ ਕੈਸਾ ਵਿਕਿਓ ਗੁਰੂ ਵਿੱਚ ਜੰਗ। ਔਰ ਕਹਿਣ ਲੱਗੇ ਸਦੋ ਉਹਨਾਂ ਨੂੰ ਜਿਹੜੇ ਉੱਥੋਂ ਬਚ ਕੇ ਆਏ ਆ ਸਭਾ ਦੇ ਵਿੱਚ, ਉਹ ਵੀ ਸੱਦ ਲਏ ਜਿਹੜੇ ਬਚੇ ਹੋਏ ਆਏ ਸੀਗੇ। ਔਰ ਉਹਨਾਂ ਨੂੰ ਬੁਲਾ ਕਰਕੇ ਉਹਨੂੰ ਕਹਿੰਦਾ ਦੱਸੋ ਹੁਣ ਗੁਰੂ ਕਿਵੇਂ ਜੰਗ ਕਰਦਾ ਹੈ, ਤੁਸੀਂ ਜੰਗ ਕਿਵੇਂ ਦੇਖਿਆ? ਆਨ ਕਰੀ ਜਬ ਪਿਆਗਾਰੀ ਹਿਤ ਪੂਜਨ ਕੀ ਸ਼ਾਹ ਉਚਾਰੀ। ਸਭਾ ਲਾ ਕੇ ਹੁਣ ਉਹਨਾਂ ਸਾਰਿਆਂ ਨੂੰ ਪੁੱਛਦਾ ਹੁਣ ਦੱਸੋ ਗੁਰੂ ਕਿਵੇਂ ਜੰਗ ਕਰਦਾ ਹੈ, ਕਿਵੇਂ ਉਹਨੇ ਥੋੜੀ ਜੀ ਫੌਜ ਲੈ ਕੇ ਸਾਨੂੰ ਲੱਖਾਂ ਦੀ ਗਿਣਤੀ ਵਿੱਚ ਫੌਜ ਨੂੰ ਹਰਾ ਦਿੱਤਾ ਹੈ। ਹਿੰਦੂ ਗਰਦੀ ਕਾਮ ਚਾਈ ਚਮਕਿਤ ਨਿਜ ਸੰਗ ਮਿਲਾਈ। ਉਸ ਹਿੰਦੂ ਨੇ ਕੀ ਰੌਲਾ ਪਾਇਆ ਹੋਇਆ ਹੈ, ਕਿਉਂਕਿ ਹੌਲੀ ਹੌਲੀ ਪ੍ਰਚਲਿਤ ਹੋਇਆ ਵੀ ਇਹ ਜਿਹੜਾ ਪੰਥ ਹੈ ਇਹ ਅਲੱਗ ਹੈ, ਇਹ ਨਾ ਹਿੰਦੂ ਹੈ ਨਾ ਮੁਸਲਮਾਨ ਹੈ। ਹਜੇ ਵੀ ਬਹੁਤੇ ਕਹਿੰਦੇ ਨਾ ਵੀ ਸਿੱਖ ਤਾਂ ਇਹ ਪੁਰਾਣੇ ਹਿੰਦੂ ਹੀ ਆ, ਕੋਈ ਸਤਨਾਮ। ਪਰ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਦਿੱਤਾ ਉਸ ਦਿਨ ਤੋਂ ਇੱਕ ਤੀਸਰੀ ਕੌਮ ਪੈਦਾ ਹੋ ਗਈ। ਔਰੰਗਜ਼ੇਬ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀਗਾ ਕਿ ਮੈਂ ਦੋਆਂ ਤੋਂ ਇੱਕ ਬਣਾਉਣਾ ਚਾਹੁੰਦਾ ਹਾਂ। ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦਾ ਕਿ ਮੈਂ ਦੋ ਤੋਂ ਇੱਕ ਕਰਨਾ ਚਾਹੁੰਦਾ, ਸਾਰਿਆਂ ਦਾ ਇੱਕ ਧਰਮ ਹੋਵੇ। ਗੁਰੂ ਤੇਗ ਬਹਾਦਰ ਜੀ ਕਹਿੰਦੇ ਪਰ ਪਰਮੇਸ਼ਰ ਦਾ ਹੁਕਮ ਕੁਝ ਹੋਰ ਹੈ। ਕਹਿੰਦੇ ਕੀ? ਤੂੰ ਦੋ ਤੋਂ ਇੱਕ ਕਰਨ ਨੂੰ ਫਿਰਦਾ, ਪਰਮੇਸ਼ਰ ਦੋਆਂ ਤੋਂ ਤਿੰਨ ਕਰਨ ਨੂੰ ਫਿਰਦੇ ਆ। ਕੋਈ ਸਤਨਾਮ। ਕਹਿੰਦੇ ਇਹ ਕਿਵੇਂ ਹੋ ਸਕਦਾ ਹੈ? ਮੈਂ ਸਭ ਨੂੰ ਸੁੱਖ ਦੇਵਾਂਗਾ, ਸਾਰੇ ਮੁਸਲਮਾਨ ਬਣ ਜਾਣ, ਧਰਮ ਸਾਡਾ ਚੰਗਾ ਸਭ ਤੋਂ ਵਧੀਆ ਹੈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਤਾਂ ਪਰਮੇਸ਼ਰ ਨੂੰ ਪਤਾ ਕਿਹੜਾ ਚੰਗਾ ਤੇ ਕਿਹੜਾ ਮਾੜਾ ਹੈ, ਪਰ ਤੂੰ ਦੋ ਤੋਂ ਇੱਕ ਨਹੀਂ ਕਰ ਸਕਦਾ, ਤਿੰਨ ਭਾਵੇਂ ਬਣ ਜਾਣ। ਇਹ ਤੇਗ ਬਹਾਦਰ ਜੀ ਨੇ ਬਚਨ ਕਰ ਦਿੱਤਾ ਸੀਗਾ। ਉਹ ਕਹਿੰਦੇ ਕਿਵੇਂ ਹੋ ਸਕਦਾ ਕੋਈ ਤਜਰਬਾ? ਕਹਿੰਦੇ ਮਣ ਪੱਕੀਆਂ ਸਵਾ ਮਣ ਪੱਕੀਆਂ ਕਾਲੀਆਂ ਮਿਰਚਾਂ ਮੰਗਾ ਲਾ। ਇਤਿਹਾਸ ਵਿੱਚ ਤਾਂ 5 ਮਣ ਲਿਖੀਆਂ ਭਾਈ ਸਾਹਿਬ ਨੇ, ਚਲੋ ਖੈਰ ਬਹੁਤ ਸਾਰੀਆਂ ਕਾਲੀਆਂ ਮਿਰਚਾਂ ਮੰਗਵਾਈਆਂ ਗਈਆਂ। ਕਹਿੰਦੇ ਐਂ ਕਰ ਇਹਨਾਂ ਨੂੰ ਸਾੜ ਦੇ, ਜਿਵੇਂ ਸਾੜਿਆ ਜਾਂਦਾ, ਬੰਦੇ ਲਾ ਦੇ, ਉਲਟਾ ਪੁਲਟਾ ਕਰਕੇ ਪੂਰਾ ਜ਼ੋਰ ਲਾਓ ਕਿ ਇੱਕ ਵੀ ਮਿਰਚ ਜਿਹੜੀ ਹੈ ਮੱਚੇ ਤੋਂ ਬਗੈਰ ਨਾ ਬਚੇ। ਉਹਨੇ ਬੰਦੇ ਲਾਤੇ, ਮਿਰਚਾਂ ਨੂੰ ਮਚਾਉਣਾ ਸ਼ੁਰੂ ਕੀਤਾ, ਖੁਰਚਣਿਆਂ ਨਾਲ ਉਲਟਾ ਪੁਲਟਾ ਕਰਦੇ ਆ। 4-5 ਦਿਨ ਉਹ ਮਿਰਚਾਂ ਮਚਾਈਆਂ ਗਈਆਂ। ਜਦੋਂ ਸਾਰੇ ਥੱਕ ਕੇ ਕਹਿੰਦੇ ਜੀ ਮਚਾਤੀਆਂ, ਹੁਣ ਕੋਈ ਵੀ ਸਾਬਤੀ ਨਹੀਂ ਬਚੀ ਹੋਣੀ, ਤਾਂ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਹੁਣ ਐਂ ਕਰੋ ਇਹਨਾਂ ਨੂੰ ਪਿਸਾਓ, ਚੱਕੀ 'ਚ ਪਿਸਾ ਲਓ, ਰਗੜ ਲਓ ਇਹਨਾਂ ਨੂੰ। ਜਦ ਉਹਨਾਂ ਨੇ ਸਾਰੀਆਂ ਰਗੜ ਲਈਆਂ, ਪਾਤਸ਼ਾਹ ਕਹਿੰਦੇ ਹੁਣ ਛਾਣੋ ਇਹਨਾਂ ਨੂੰ, ਦੇਖੋ ਕੀ ਬਚਦਾ ਹੈ। ਜਦ ਉਹਨਾਂ ਮਿਰਚਾਂ ਨੂੰ ਛਾਣਿਆ ਗਿਆ ਫਿਰ ਵੀ 3 ਸਾਬਤੀਆਂ ਬਚ ਗਈਆਂ। ਕੋਈ ਸਤਨਾਮ। ਜਦ 3 ਸਾਬਤੀਆਂ ਬਚ ਗਈਆਂ ਤੇ ਪਾਤਸ਼ਾਹ ਕਹਿੰਦੇ ਆਹ ਹੁਕਮ ਹੈ ਪਰਮੇਸ਼ਰ ਦਾ, 2 ਤੋਂ 3 ਹੋਣਗੇ, ਹੁਣ ਇੱਕ ਨਹੀਂ ਹੋਣਾਗਾ। ਤਾਂ ਇਸ ਕਰਕੇ ਖੈਰ ਭਾਈ ਸਾਹਿਬ ਔਰੰਗਜ਼ੇਬ ਦੀ ਵਰਡਿੰਗ ਲਿਖਦਾ ਹੈ ਅਸਲ ਦੇ ਵਿੱਚ ਖਾਲਸਾ ਪੰਥ ਹਿੰਦੂ ਨਹੀਂ ਹੈ। ਕੋਈ ਸਤਨਾਮ ਸੀ। ਪਹਿਲਾਂ ਹੋਣਗੇ ਪਰ ਹੁਣ ਨਹੀਂ ਹੈ। ਗੁਰੂ ਸਾਹਿਬਾਂ ਤੋਂ ਪਹਿਲਾਂ 2 ਮੱਤਾਂ ਚੱਲਦੀਆਂ ਸਨ, ਉਦੋਂ ਪਹਿਲਾਂ ਇੱਕ ਮੱਤ ਸੀਗੀ, ਉਦੋਂ ਪਹਿਲਾਂ ਮਾਨ ਸੀਗਾ, ਨਾ ਹਿੰਦੂ ਸੀ ਨਾ ਮੁਸਲਮਾਨ ਸੀ। ਜੇ ਬੈਕ ਚੱਲ ਗਏ ਆਪਾਂ ਮੱਕੇ ਦੇ ਵੱਲ, ਕਹਿੰਦੇ ਜੰਗਲ ਦੇ ਵਿੱਚ 2 ਰਾਜੇ ਜਿਹੜੇ ਸਨ ਉਹ ਆਪਸ ਵਿੱਚ ਲੜ ਪਏ, ਦੋਨੇ ਭਰਾ ਸਨ ਤੇ ਭਰਾ ਇੱਕ ਦੂਜੇ ਦੇ ਐਂਟੀ ਹੋ ਗਏ।
ਐਂਟੀ ਹੋਣ ਤੋਂ ਬਾਅਦ ਜਿਹੜਾ ਇੱਕ ਭਰਾ ਕੰਮ ਕਰਦਾ ਦੂਜਾ ਉਹਦੇ ਉਲਟ ਕਰਦਾ। ਜਿਵੇਂ ਜਿਹੜੇ ਹਿੰਦੂ ਲੋਕ ਹੈ ਜਾਂ ਆਪਾਂ ਹੱਥ ਸਿੱਧੇ ਧੋਣੇ ਆ ਇੱਥੋਂ, ਮੁਸਲਮਾਨ ਕੂਹਣੀ ਤੋਂ ਸ਼ੁਰੂ ਕਰਕੇ ਥੱਲੇ ਨੂੰ ਧੋਂਦੇ ਆ। ਇਸੇ ਤਰ੍ਹਾਂ ਆਪਾਂ ਦਾਤਨ ਸੁਬਾਹ ਕਰਦੇ ਹਾਂ, ਉਹ ਸ਼ਾਮ ਨੂੰ ਕਰਦੇ ਆ। ਸਾਰੇ ਕੰਮ ਮੁਸਲਮਾਨਾਂ ਦੇ ਹਿੰਦੂਆਂ ਦੇ ਉਲਟ ਹਨ। ਤਾਂ ਗੁਰੂ ਪਿਆਰਿਓ, ਸਮਾਂ ਬਤੀਤ ਹੁੰਦਾ ਗਿਆ, ਇਹ ਦੋਨੇ ਭਰਾ ਅੱਡੋ ਅੱਡ ਹੋ ਗਏ, ਐਂਟੀ ਹੋ ਗਏ, ਇੱਕ ਦੂਜੇ ਦੇ ਉਲਟ ਚੱਲ ਪਏ। ਅਤੇ ਉਸ ਤੋਂ ਬਾਅਦ ਕਹਿੰਦੇ ਜੰਗਲ ਦੇ ਵਿੱਚ ਇੱਕ ਸ਼ਿਵਲਿੰਗ ਲੱਗਿਆ ਦੇਖਿਆ ਕੋਈ ਪੱਥਰ ਦਾ, ਜੋ ਇਹਨਾਂ ਨੂੰ ਪੂਜਾ ਕਰਦੇ, ਜਿਸ ਦੀ ਇਹ ਹਿੰਦੂ ਲੋਕ। ਜਿਹੜਾ ਰਾਜਾ ਐਂਟੀ ਸੀ ਉਸ ਭਰਾ ਦੇ, ਉਸ ਨੇ ਜਾ ਕੇ ਕਹਿੰਦੇ ਉਹ ਪੱਟ ਦਿੱਤਾ, ਅਤੇ ਉਸ ਜੰਗਲ ਦੇ ਵਿੱਚ ਅੱਗ ਲੱਗ ਗਈ, ਉਹ ਦੇਸ਼ ਵਿੱਚ ਅੱਗ ਲੱਗ ਗਈ। ਭਾਵ ਬੜੀ ਤਰਥੱਲੀ ਮੱਚ ਗਈ। ਅਤੇ ਫਿਰ ਹੁਕਮ ਹੋਇਆ ਵੀ ਤੂੰ ਇਹਨੂੰ ਹੁਣ ਪੱਟ ਨਹੀਂ ਸਕਦਾ, ਹੁਣ ਇਹ ਕਾਇਮ ਹੋਵੇਗਾ, ਇਹਨੂੰ ਤੂੰ ਲੱਗਿਆ ਰਹਿਣ ਦੇ, ਉੱਥੇ ਫਿੱਟ ਕਰਾ। ਫਿਰ ਉੱਥੇ ਮੱਕਾ ਬਣਾਇਆ ਗਿਆ, ਉਹਨੂੰ ਵਿੱਚ ਫਿੱਟ ਕਰਕੇ ਉੱਤੇ ਉਹਦੇ ਕਮਰਾ ਬਣਾ ਦਿੱਤਾ, ਅਤੇ ਉਹ ਰਾਜਾ ਵੀ ਉਹਦੀ ਪੂਜਾ ਕਰਾਉਣ ਲੱਗਿਆ, ਮੁਸਲਮਾਨ ਰਾਜਾ। ਉਸ ਤੋਂ ਬਾਅਦ ਗੁਰੂ ਪਿਆਰੋ, ਅੱਜ ਤੀਜੇ ਦਾ ਸਮਾਂ ਆਇਆ ਜਦੋਂ ਇਹ ਦੋਨੇ ਲੜਨ ਲੱਗੇ, ਅਤੇ ਤੀਜੇ ਨੇ ਪ੍ਰਗਟ ਹੋਣਾ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਤੂੰ ਦੋ ਤੋਂ ਇੱਕ ਬਣਾਉਣ ਨੂੰ ਫਿਰਦਾ ਹੈ, ਪਰ ਪਰਮੇਸ਼ਰ ਕਹਿੰਦਾ ਜਿਹੜਾ ਉਹ ਦੋ ਤੋਂ ਤਿੰਨ ਕਰੇਗਾ। ਤਾਂ ਔਰੰਗਜ਼ੇਬ ਕਹਿੰਦਾ, ਹਿੰਦੂ ਗਰਦੀ ਕਹਾਂ ਮਚਾਈ। ਉਸ ਗੁਰੂ ਗੋਬਿੰਦ ਸਿੰਘ ਨੇ ਕੀ ਰੌਲਾ ਰੱਪਾ ਪਾਇਆ ਹੋਇਆ ਹੈ, ਚਮੂ ਕੇਤਕ ਨੇ ਸੰਗ ਮਿਲਾਈ, ਕਿੰਨੀ ਕੁ ਫੌਜ ਆ ਉਹਦੇ ਕੋਲੇ, ਸਾਨੂੰ ਦੱਸਣਾ ਕਰੋ ਜਿਹੜੇ ਭਗੌੜੇ ਹੋ ਕੇ ਆਏ ਨੇ। ਕੈਸਾ ਵੇਖਿਓ ਬਹਾਦਰ ਵੀਰ, ਫੈਸਲ ਬੰਦਾ ਮੁਰਸ਼ਿਦ ਪੀਰ। ਉਹ ਕਿਹੋ ਜਿਹਾ ਬਹਾਦਰ ਹੈ, ਕਿਹੋ ਜਿਹਾ ਸੂਰਮਾ ਹੈ, ਕਿਹੋ ਜਿਹਾ ਨਿਆਂਕਾਰੀ ਵੀ ਹੈ, ਫੈਸਲਾ ਕਰਨ ਵਾਲਾ ਹੈ, ਭਾਵ ਸੱਚ 'ਤੇ ਚੱਲਣ ਵਾਲਾ ਹੈ। ਮੁਰਸ਼ਿਦ ਪੀਰ ਕੀ ਹੈ ਉਹ, ਕੈਸਾ ਹੈ, ਦੱਸਣਾ ਕਰੋ। ਸੁਣਤ ਅਹਦੀਏ ਕਰਿਓ ਉਚਾਰ, ਇੱਕ ਤੇ ਲੱਖ ਖਰਚ ਵਿਸਿਆਰ। ਤਾਂ ਅਹਦੀਏ ਨੇ ਇੱਕ ਸਿਪਾਹੀ ਨੇ ਦੱਸਣਾ ਕੀਤਾ, ਕਹਿਣ ਲੱਗੇ ਇਹੋ ਜਿਹਾ ਬੰਦਾ ਹੈ ਕੋ ਇੱਕ ਦੇ ਥਾਂ 'ਤੇ ਲੱਖ ਰੁਪਈਆ ਖਰਚ ਦਿੰਦਾ, ਇੰਨਾ ਖੁੱਲ੍ਹਾ ਖਰਚਾ ਕਰਨ ਨੂੰ। ਜਿਸ ਤਰ੍ਹਾਂ ਕੇਸ਼ੋਦਾਸ ਪੰਡਤ ਨੂੰ, ਕਿਉਂਕਿ ਸਿੱਖਾਂ ਨੂੰ ਬਾਰ-ਬਾਰ ਕਹਾਉਣਾ, ਬਾਰ-ਬਾਰ ਇਹਨਾਂ ਬ੍ਰਾਹਮਣਾਂ ਨੇ ਕਹਿਣਾ ਉਹ ਤੁਸੀਂ ਦੇਵੀ ਪ੍ਰਗਟ ਕਰ ਲਓ, ਤੁਹਾਡੀ ਬੜੀ ਮਦਦ ਕਰੇਗੀ। ਜੋ ਸਿੱਖਾਂ ਦੇ ਵਿੱਚ ਇਹ ਗੱਲ ਪ੍ਰਚਲਨ ਕਰਨ ਦੀ ਕੋਸ਼ਿਸ਼ ਕੀਤੀ ਹਿੰਦੂ ਮਤ ਵੱਲੋਂ, ਬ੍ਰਾਹਮਣਾਂ ਵੱਲੋਂ, ਬਈ ਇਹਨਾਂ ਸਿੱਖਾਂ ਦੇ ਵਿੱਚ ਰਲ ਗੱਡ ਕਰੀਏ, ਸਾਡੇ ਵਾਲੇ ਜੰਤਰ ਮੰਤਰ ਇਹਨਾਂ ਵਿੱਚ ਫਿੱਟ ਕਰ ਦਈਏ, ਕੋਸ਼ਿਸ਼ ਕਰਦੇ ਆ, ਕੀਤੀ ਜਾਂਦੀ ਆ। ਤਾਂ ਇਹ ਗੱਲਾਂ ਚਲਦੀਆਂ ਚਲਦੀਆਂ ਗੁਰੂ ਸਾਹਿਬ ਕੋਲ ਵੀ ਪਹੁੰਚ ਗਈਆਂ, ਅਤੇ ਗੁਰੂ ਸਾਹਿਬ ਨੇ ਸੋਚਿਆ ਵੀ ਜਿਹੜਾ ਭਰਮ ਪਾਈ ਜਾਂਦੇ ਇਹਨੂੰ ਕੱਢਣਾ ਪੈਣਾ, ਅਤੇ ਉਹਨਾਂ ਨੇ ਭਰਮ ਕੱਢਣ ਵਾਸਤੇ ਸੱਦ ਲਿਆ ਇਹਨਾਂ ਦਾ ਵੱਡਾ ਬ੍ਰਾਹਮਣ ਕੇਸ਼ੋ ਰਾਮ। ਅਤੇ ਕੇਸ਼ੋ ਰਾਮ ਨੂੰ ਕਹਿੰਦੇ ਵੀ ਤੁਸੀਂ ਗੱਲਾਂ ਕਰਦੇ ਹੋ ਵੀ ਕੋਈ ਦੇਵੀ ਆ, ਉਹ ਪ੍ਰਗਟ ਕਰੀਏ, ਉਹ ਮਦਦ ਕਰੂਗੀ। ਕਹਿੰਦੇ ਹਾਂ। ਕਹਿੰਦੇ ਫਿਰ ਪ੍ਰਗਟ ਕਰੋ। ਕਹਿੰਦੇ ਮਹਾਰਾਜੇ ਰਾਜਿਆਂ ਦਾ ਕੰਮ ਹੈ, ਤੁਸੀਂ ਤਾਂ ਖਰਚਾ ਨਹੀਂ ਇੰਨਾ ਕਰਨਾਗਾ, ਕੋਈ ਸਤਨਾਮ। ਕਹਿੰਦੇ ਕਿਉਂ, ਕਿੰਨਾ ਖਰਚਾ ਹੋ ਜਾਊਗਾ? ਕਹਿੰਦਾ ਜੀ ਘੱਟੋ ਘੱਟ 1.25 ਲੱਖ ਰੁਪਈਏ ਦੀ ਸਮੱਗਰੀ ਖਰਚ ਹੋ ਜਾਊਗੀ ਆਪਣੇ ਕੋਲ, ਉਹਦਾ ਹਵਨ ਕਰਾਂਗੇ, ਧੂਫਾਂ ਦੇਵਾਂਗੇ, ਬਹੁਤ ਕੁਝ ਕਰਨਾ ਪਊਗਾ। ਕਹਿੰਦੇ ਫਿਰ ਕਿ 1.25 ਲੱਖ ਰੁਪਈਆ ਮੇਰੀ ਦਰਸ਼ਨੀ ਭੇਟਾ, ਮੇਰੀ ਜਿਹੜੀ ਹੈ ਖਰਚਾ ਹੋਵੇਗਾ, ਘੱਟੋ ਘੱਟ 2.5 ਲੱਖ ਰੁਪਈਆ ਲੱਗੂਗਾ। ਅਤੇ ਤੁਹਾਡੇ ਕੋਲ ਇੰਨਾ ਪੈਸਾ ਕਿੱਥੇ ਹੈ? ਨਾ ਕੋਈ ਤੁਹਾਡੀ ਜਨਤਾ ਹੈ, ਨਾ ਕੋਈ ਤੁਹਾਡੇ ਕੋਲ ਹਾਲਾ ਮਾਮਲਾ ਆਉਂਦਾ, ਇਹ ਤਾਂ ਰਾਜੀਆਂ ਦਾ ਕੰਮ ਹੈ। ਅਤੇ ਪਾਤਸ਼ਾਹ ਸਿੰਘ ਨੂੰ ਕਹਿਣ ਲੱਗੇ, ਖਜ਼ਾਨਚੀ ਨੂੰ, ਕਹਿੰਦੇ ਵੇਖ ਤਾਂ ਖਜ਼ਾਨਾ ਕਿੰਨਾ ਕੁ ਹੈ? ਉਹ ਆ ਕੇ ਕਹਿੰਦਾ ਜੀ 9 ਲੱਖ ਰੁਪਈਆ ਪਿਆ। ਕਹਿੰਦੇ ਹੁਣ ਦੱਸ? ਕਹਿੰਦਾ ਜੀ ਫਿਰ ਕਰ ਲੈਂਦੇ। ਅਖੀਰ ਉਹ ਕੇਸ਼ੋਦਾਸ ਭੱਜ ਗਿਆ। ਕੇਸ਼ੋਦਾਸ ਦੇਵੀ ਪ੍ਰਗਟ ਨਹੀਂ ਕਰਕੇ ਗਿਆ। ਅਖੀਰ ਪਾਤਸ਼ਾਹ ਜੀ ਨੇ ਮਿਆਨ ਦੇ ਵਿੱਚੋਂ ਤਲਵਾਰ ਕੱਢ ਕੇ ਕਿਹਾ, ਓਏ ਸਿੰਘੋ, ਇਹੋ ਹੀ ਦੇਵੀ ਹੈ ਜਿਹਦੇ ਹੱਥ ਵਿੱਚ ਸ਼ਸਤਰ ਹੈ ਨਾ, ਉਹ ਕੱਲਾ ਵੀ ਸੈਂਕੜਿਆਂ ਦੇ ਬਰਾਬਰ ਹੈ। ਕਹੋ ਸਤਨਾਮ। ਤਾਂ ਇਸ ਕਰਕੇ ਪੁੱਛਦਾ ਕਿੱਡਾ ਕਜੋਦਾ ਹੈ। ਕਹਿੰਦੇ ਜੀ ਕੀ ਪੁੱਛਦੇ ਹੋ? ਉਹ ਜਿੱਥੇ 1 ਰੁਪਈਆ ਖਰਚ ਹੋਣਾ ਉੱਥੇ ਲੱਖ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਸਭ ਤੇ ਜਾਣੋ ਐਨ ਹੁਸ਼ਿਆਰ, ਸੁੰਦਰ ਉਮਰ ਸੋ ਬਰਖੁਰਦਾਰ। ਉਹ ਹਰ ਪੱਖ ਤੋਂ ਹੁਸ਼ਿਆਰ ਹੈ, ਐਨ ਵੱਡਾ, ਸਰਬ ਕਲਾ ਸਮਰੱਥ ਹੈ, ਬਹੁਤ ਹੁਸ਼ਿਆਰ ਹੈ, ਬੜਾ ਸੁੰਦਰ ਹੈ, ਉਮਰ ਵੀ ਉਹਦੀ ਜਵਾਨੀ ਦੀ ਹੈ। ਬੋਲਿਓ ਸੁਣਤ ਸ਼ਾਹ ਮਨ ਮਾਦਮ, ਮੁਰਦਮ ਆਖਰੀ ਬੈ ਨਿਸ਼ਾਦਮ। ਤੋ ਖੋਟੇ ਮਨ ਵਾਲਾ ਬਾਦਸ਼ਾਹ ਔਰੰਗਜ਼ੇਬ ਕਹਿਣ ਲੱਗਿਆ, ਫਿਰ ਤੁਸੀਂ ਮੁਰਦੇ ਹੋ, ਨਮਰਦ ਹੋ। ਵੱਡ ਸਰਦਾਰ ਸੋ ਜਿੰਦਾ ਪੀਰ, ਖਾਵਤ ਖਾਲਕ ਬਾਦ ਵੇ ਪੀਰ। ਮੈਂ ਵੱਡਾ ਸਰਦਾਰ ਭਾਵ ਰਾਜਾ,
ਮੈਂ ਵੱਡਾ ਸਰਦਾਰ ਹਾਂ, ਰਾਜਾ ਹਾਂ। ਆਪਾਂ ਨੂੰ ਸਰਦਾਰ ਸ਼ਬਦ ਇਸੇ ਕਰਕੇ ਵਰਤਿਆ ਕਿ ਸਾਨੂੰ ਸਾਰੇ ਰਾਜੇ ਹੀ ਬਣਾ ਦਿੱਤਾ। ਕੱਲੇ ਕੱਲੇ ਸਿੱਖ ਨੂੰ ਰਾਜਾ ਬਣਾਇਆ ਦਸਤਾਰ ਦੀ ਬਖਸ਼ਿਸ਼ ਕਰਕੇ ਸਾਨੂੰ। ਤਾਂ ਮੁਗਲਾਂ ਦੇ ਸਮੇਂ ਦੇ ਵਿੱਚ ਜਿਹੜਾ ਹਿੰਦੂ ਮਤ ਦੇ ਲੋਕ ਸਨ, ਇਹ ਨਾ ਸਿਰ 'ਤੇ ਪੱਗ ਬੰਨ੍ਹ ਸਕਦੇ ਸੀ, ਨਾ ਘੋੜ ਸਵਾਰੀ ਕਰ ਸਕਦੇ ਸੀ, ਨਾ ਸ਼ਸਤਰ ਰੱਖ ਸਕਦੇ ਸੀ। ਉਹਨਾਂ ਦੇ ਐਸੇ ਐਸੇ ਹੁਕਮ ਇਹ ਭਾਰਤ ਦੇ ਲੋਕਾਂ 'ਤੇ ਚੜ੍ਹਾਏ ਹੋਏ ਸੀਗੇ, ਭਾਵ ਹਰ ਪੱਖ ਤੋਂ ਕਮਜ਼ੋਰ ਕਰਕੇ ਰੱਖਦੇ ਸੀਗੇ। ਤੇ ਪਰ ਛੇਵੇਂ ਪਾਤਸ਼ਾਹ ਜੀ ਤੋਂ ਹੀ ਹੁਕਮ ਹੋ ਗਿਆ ਕਿ ਮੇਰਾ ਸਿੱਖ ਘੋੜ ਸਵਾਰ ਵੀ ਹੋਵੇਗਾ ਔਰ ਸ਼ਸਤਰ ਵੀ ਚੱਕੇਗਾ, ਦਸਤਾਰ ਵੀ ਸਜਾਵੇਗਾ, ਸ਼ਾਹੀ ਠਾਠ ਵਾਂਗੂ ਰਹੇਗਾ ਜਿਹੜਾ ਮੇਰਾ ਸਿੱਖ ਹੋਵੇਗਾ। ਅੱਗੇ ਜਾ ਕੇ 10ਵੇਂ ਪਾਤਸ਼ਾਹ ਨੇ ਤਾਂ ਫਿਰ ਸਿਰੇ ਲਾ ਦਿੱਤੀਆਂ ਗੱਲਾਂ ਸਾਰੀਆਂ। ਤੋਂ ਕਹਿਣ ਤੋਂ ਭਾਵ ਕਹਿੰਦਾ ਮੈਂ ਵੱਡਾ ਸਰਦਾਰ, ਮੈਂ ਰਾਜਾ, ਮੈਂ ਜਿਉਂਦਾ ਪੀਰ ਹਾਂ, ਖਾਵੰਦ ਖਲਕ ਬੰਦ ਵੇ ਪੀਰ। ਮੈਂ ਦੁਨੀਆ ਦਾ ਖਾਵੰਦ ਹਾਂ, ਪੀਰਾਂ ਦੇ ਪੂਜਣ ਯੋਗ ਹਾਂ। ਹਿੰਦੂ ਤਰੀਫ ਖੈਰ ਖਵਾਏ, ਖਾਰਜ ਕਰ ਦਮ ਮਜਬ ਹਵਾਏ। ਔਰ ਜਿਹੜਾ ਦੱਸ ਰਿਹਾ ਸੀ ਸਿਪਾਹੀ, ਗੁਰੂ ਗੋਬਿੰਦ ਸਿੰਘ ਦੀ ਤਾਰੀਫ ਕਰ ਰਿਹਾ ਸੀਗਾ, ਉਹਨੂੰ ਪੈ ਗਿਆ ਟੁੱਟ ਕੇ। ਕਹਿੰਦਾ ਤੂੰ ਮੇਰੇ ਸਾਹਮਣੇ ਉਹਦੀ ਹਿੰਦੂ ਦੀ, ਭਾਵ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜਾ ਹੈ ਸਿਫਤ ਕਿਵੇਂ ਕਰਦਾ। ਮੈਂ ਸਭ ਤੋਂ ਵੱਡਾ ਹਾਂ ਅੱਜ ਦੀ ਦੁਨੀਆ ਦੇ ਵਿੱਚ। ਦੇਖ ਮੈਂ ਕਿੰਨੇ ਪੀਰਾਂ ਨੂੰ ਵੀ ਮੰਨਦਾ ਹਾਂ, ਪੀਰ ਵੀ ਮੈਨੂੰ ਮੰਨਦੇ ਹਨ। ਇਹ ਮੱਕੇ ਵੀ ਚਲਿਆ ਜਾਂਦਾ ਇਸ ਸੁਰਤੀ ਦੇ ਨਾਲ। ਤਪੱਸਿਆ ਇਹਦੀ ਵੀ ਬਹੁਤ ਸੀਗੀ ਤੇ ਤਪੱਸਿਆ ਗੁਰੂ ਸਾਹਿਬ ਦੀ ਬਹੁਤ ਸੀ। ਕਹਿੰਦੇ ਪਿਛਲੇ ਯੁੱਗਾਂ ਦੇ ਵਿੱਚ ਇਕੱਠਿਆਂ ਨੇ ਤਪੱਸਿਆ ਕੀਤੀ। ਇਸ ਨੇ ਰਾਜ ਮੰਗ ਲਿਆ, ਗੁਰੂ ਸਾਹਿਬ ਨੇ ਸੇਵਾ ਮੰਗ ਲਈ, ਸਿਮਰਨ ਮੰਗ ਲਿਆ। ਫਿਰ ਦੁਬਾਰਾ ਕਹਿਣ ਲੱਗਿਆ ਤੂੰ ਗੁਰੂ ਗੋਬਿੰਦ ਸਿੰਘ ਦੀ ਸਿਫਤ ਮੇਰੇ ਸਾਹਮਣੇ ਕਿਵੇਂ ਕਰਦਾ ਹੈ? ਮੈਥੋਂ ਵੱਡਾ ਥੋੜਾ ਹੀ ਆ ਉਹ। ਮੈਂ ਤੈਨੂੰ ਧਰਮ ਦੇ ਵਿੱਚੋਂ ਬਾਹਰ ਕੱਢਦਾ ਹਾਂ। ਉਸੇ ਸਿਪਾਹੀ ਨਾਲ ਹੀ ਲੜ ਪਿਆ ਜਿਹਨੇ ਸੱਚ ਦੱਸਿਆ ਸੀਗਾ, ਉਹ ਨਾਲ ਲੜ ਪਿਆ। ਕਹਿੰਦਾ ਮੈਂ ਤੈਨੂੰ ਧਰਮ ਦੇ ਦਾਇਰੇ ਚੋਂ ਖਾਰਜ ਕਰਦਾ ਹਾਂ। ਮੇਰੀ ਛਾਤੀ ਸੁਲਗਦੀ ਹੈ ਜਦੋਂ ਕਿ ਆ ਕੇ ਸਭਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਫਤਾਂ ਕਰਦਾ ਹੈ। ਪਰ ਗੱਲ ਤਾਂ ਸੱਚੀ ਕਹੀ ਸੀ ਨਾ, ਲਾਗੀ ਮਿਰਚਾਂ ਵਾਂਗੂ। ਹੁਣ ਸੋਚਦਾ ਪਛਤਾਉਂਦਾ, ਮੈਂ ਕੀ ਕਰ ਸਕਦਾ, ਕਰੀਏ ਕਹਾਂ ਬਰੋਬਰ ਨਾਹੀਂ, ਮੈਂ ਉਹਦੇ ਨਾਲ ਬਰੋਬਰੀ ਕਿਵੇਂ ਕਰਾਂ। ਮਜ਼ਹਬ ਮਹਿਬੂਬ ਨਹੀਂ ਮੈਂ ਨਾਹੀਂ, ਨਾ ਮੇਰੇ ਮਜ਼ਹਬ ਦਾ ਪਿਆਰਾ ਹੈ। ਮੈਂ ਉਸ ਨੂੰ ਕਿਵੇਂ ਕਰਾਂ, ਕਿਵੇਂ ਆਪਣੇ ਕਾਬੂ 'ਚ ਕਰਾਂ। ਸੁਣ ਸਭ ਸਿਆਣੇ ਬਾਗ ਬਖਾਨੈ, ਜੀਤੀ ਮਤ ਜੇਤਕ ਚਿਤ ਜਾਣੈ। ਹੁਣ ਜਿਹੜੇ ਸੱਦੇ ਆ ਵਜ਼ੀਰ ਕਾਜੀ ਮੁਲਾਣੇ, ਆਪਦੇ ਧਰਮ ਦੇ ਬੰਦੇ ਆਉਣੇ, ਪੀਰ ਫਕੀਰ ਜੋ ਵੀ ਸੱਦੇ ਨੇ, ਹੁਣ ਉਹਨਾਂ ਦੀ ਰਾਏ ਲੈਂਦਾ ਵੀ ਦੱਸੋ ਮੈਂ ਕਿਵੇਂ ਉਸ ਨੂੰ ਆਪਣੇ ਧਰਮ ਵਿੱਚ ਲਿਆ ਸਕਦਾ ਜਾਂ ਉਸ ਨੂੰ ਖਤਮ ਕਿਵੇਂ ਕਰਾਂ। ਤੋ ਸਾਰਿਆਂ ਨੇ ਆਪੋ ਆਪਣੀਆਂ ਰਾਇਆਂ ਦਿੱਤੀਆਂ, ਆਪ ਆਪਣੀ ਬੁੱਧ ਹੈ ਜੇਤੀ। ਜਿੰਨੀ ਕਿਸ ਦੀ ਮੱਤ ਸੀਗੀ ਉਹਨਾਂ ਨੇ ਸਲਾਹਾਂ ਦਿੱਤੀਆਂ। ਤੇ ਕਾਜੀ ਹੈ ਉਹ ਬੈਠਾ ਕਹਿਣ ਲੱਗਿਆ ਜੋ ਸਭ ਵਿਦ ਕਰ ਸੋ ਹੁਸ਼ਿਆਰਾ। ਜੀ ਉਹ ਹਰ ਪੱਖ ਤੋਂ ਤੇਰੇ ਨਾਲੋਂ ਤਕੜਾ ਹੈ ਤਾਂ ਇੱਕ ਜੁਗਤ ਹੈ। ਕਰੋ ਮੁਹੱਬਤ ਸਾਥ ਬੁਲਾਵਨਾ, ਦੇਖੋ ਰੂਪ ਸੁਨੋ ਬਚ ਭਾਵਨਾ। ਤੁਸੀਂ ਆਏ ਕਰੋ ਉਹਨੂੰ ਪ੍ਰੇਮ ਦੇ ਨਾਲ ਆਪਣੇ ਕੋਲ ਬੁਲਾਓ, ਉਹਦੇ ਨਾਲ ਦੋਸਤੀ ਪਾ ਲਓ। ਜੇ ਦੁਸ਼ਮਣੀ ਨਾਲ ਨਹੀਂ ਲੋਟ ਆਉਂਦਾ, ਮਿੱਤਰਤਾ ਨਾਲ ਫਸਾ ਲਓ ਉਸ ਨੂੰ। ਕੋ ਸਤਨਾਮ। ਇਸ ਕਰਕੇ ਉਸ ਨੂੰ ਆਪਣੇ ਕੋਲ ਬੁਲਾ ਲਓ, ਉਹਦੇ ਦਰਸ਼ਨ ਕਰੋ, ਉਹਦੇ ਬਚਨ ਸੁਣੋ। ਔਰ ਫਿਰ ਉਹਨੂੰ ਆਪਾਂ ਕੋਲੇ ਰੱਖ ਕੇ ਪਰਖਾਂਗੇ, ਜਿਸ ਤਰ੍ਹਾਂ ਇਸ ਨੇ ਉਸ ਤੋਂ ਪਹਿਲਾਂ ਸਤਿਗੁਰੂ ਹਰਿਰਾਏ ਸਾਹਿਬ ਨੂੰ ਬੁਲਾਇਆ ਸੀ। ਪਰ ਹਰਿਰਾਏ ਸਾਹਿਬ ਜੀ ਨੇ ਵਾਅਦਾ ਕੀਤਾ ਸੀਗਾ, ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਸੀਗਾ ਵੀ ਤੁਸੀਂ ਦਿੱਲੀ ਜਾਣਾ ਨਹੀਂ ਗਾ, ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ ਤੁਸੀਂ, ਔਰ ਤੁਸੀਂ ਜੰਗ ਵੀ ਨਹੀਂ ਕਰਨਾ, ਫੌਜ ਬਣਾ ਕੇ ਰੱਖਣੀ ਹੈ। ਜੇ ਕੋਈ ਚੜ੍ਹ ਕੇ ਆਵੇਗਾ ਉਹ ਰਾਹ 'ਚ ਹੀ ਖਤਮ ਹੋ ਜਾਵੇਗਾ। 3 ਵਾਰੀ ਔਰੰਗਜ਼ੇਬ ਸ਼ਾਹਜਹਾਂ ਦੀ ਫੌਜ 7ਵੇਂ ਪਾਤਸ਼ਾਹ 'ਤੇ ਚੜ੍ਹ ਕੇ ਆਈ ਅਤੇ 3 ਵਾਰੀ ਰਾਹ 'ਚ ਹੀ ਖਤਮ ਹੋ ਗਈ। ਕੋਈ ਨਾ ਕੋਈ ਐਸੀ ਘਟਨਾ ਘਟਦੀ, ਉਹਨਾਂ ਰਾਹ 'ਚ ਮੁੜਨਾ ਪੈਂਦਾ। ਖੈਰ ਕੀ ਹੋਇਆ, ਕਾਜੀ ਕਹਿਣ ਲੱਗੇ ਆਪਣੇ ਕੋਲ ਬੁਲਾ ਲਓ, ਉਹਨਾਂ ਨੂੰ ਜੱਜਮੈਂਟ ਕਰ ਲਓ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੋ, ਉਹਨਾਂ ਨੂੰ ਪਰਖੋ ਵੀ ਕਿੰਨੀ ਕੁ ਤਾਕਤ ਹੈ। 6ਵੇਂ ਪਾਤਸ਼ਾਹ ਨੂੰ ਜਹਾਂਗੀਰ ਨੇ ਪਰਖਿਆ ਅਤੇ ਜਿਸ ਦਿਨ ਜੰਗਲ ਦੇ ਵਿੱਚ ਸ਼ੇਰ ਦਾ ਸ਼ਿਕਾਰ ਕੀਤਾ ਨਾ, ਉਹਦੇ ਜਹਾਂਗੀਰ ਨੂੰ ਜੱਜਮੈਂਟ ਹੋ ਗਈ ਵੀ ਇਹ ਬਹੁਤ ਤਕੜਾ ਹੈ, ਇਹਨੂੰ ਕੋਈ ਨਹੀਂ ਮਾਰ ਸਕਦਾ, ਅਸੀਂ ਇਹਨੂੰ ਹਰਾ ਨਹੀਂ ਸਕਦੇ। ਕਹੋ ਸਤਿਨਾਮ। ਸੱਦਿਆ ਇਸੇ ਵਾਸਤੇ ਸੀਗਾ ਹਰਗੋਬਿੰਦ ਸਾਹਿਬ ਨੂੰ, ਔਰ ਚੰਦੂ ਦੇ ਕਹਿਣ 'ਤੇ 40 ਦਿਨ ਇਸੇ ਕਰਕੇ ਗਵਾਲੀਅਰ 'ਚ ਵੀ ਭੇਜਤਾ ਸੀਗਾ।
ਪਰ ਗਵਾਲੀਅਰ ਚੋਂ ਵਾਪਸ ਸੱਦਣਾ ਪਿਆ। ਜਦੋਂ ਰਾਤ ਨੂੰ ਭਾਈ ਜੇਠਾ ਲੰਗਾਹਾ ਆਦਿ ਪੰਜ ਸਿੰਘ ਜੋ ਨਾਲ ਸਨ, ਦੋਵਾਂ ਨੇ ਸ਼ੇਰਾਂ ਦਾ ਰੂਪ ਧਾਰ ਕੇ ਇਹਦੀ ਛਾਤੀ ਤੇ ਚੜ੍ਹਨਾ ਕੀਤਾ ਤਾਂ ਹਰਗੋਬਿੰਦ ਸਾਹਿਬ ਨੂੰ ਬੁਲਾਉਣਾ ਪਿਆ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪ੍ਰੀਤਮ ਜੀ ਨੂੰ ਕਹਿ ਰਹੇ ਆਪਣਾ ਔਰੰਗਜ਼ੇਬ ਨੂੰ ਉਹਦੇ ਕਾਜੀ ਕਹਿ ਰਹੇ ਨਾ ਆਪਣੇ ਕੋਲ ਬੁਲਾ ਕੇ ਚੈੱਕ ਕਰ ਲਓ। ਸੁਣਤ ਸਭਾ ਸਦ ਹਰ ਪਾਤਸ਼ਾਹੋ, ਬੁੱਧ ਕਾਜੀ ਕੀ ਕਰਤ ਸਰਾਹੋ। ਸਾਰਿਆਂ ਦੀਆਂ ਗੱਲਾਂ ਸੁਣ ਕੇ ਇਹਨੂੰ ਕਾਜੀ ਦੀ ਗੱਲ ਠੀਕ ਲੱਗੀ। ਕਹਿੰਦੇ ਤੇਰੀ ਗੱਲ ਸਹੀ ਆ, ਉਹਨੂੰ ਕੋਲ ਹੀ ਬੁਲਾਉਣੇ ਆ। ਅੱਛੀ ਕਹੇ ਬਨੇ ਸ਼ਰੀਕ, ਕਰੇ ਬੁਲਾਵਨ ਜਿਮ ਹੋਏ ਮੀਤ। ਇਦਾਂ ਹੀ ਕਰਨਾ ਚਾਹੀਦਾ, ਉਹਨੂੰ ਬੁਲਾਈਏ ਜਿਵੇਂ ਵੀ ਉਹ ਸਾਡਾ ਮਿੱਤਰ ਬਣ ਜਾਵੇ, ਸਾਡੀ ਦੋਸਤੀ ਪੈ ਜਾਵੇ। ਸਮਤ ਖੂਬ ਕਾਜਿਓ ਪਾਖੀ, ਲਿਖੋ ਪਰਵਾਨੇ ਆਇਸ ਆਖੀ। ਔਰ ਲਖਾਰੀ ਨੂੰ ਕਹਿੰਦਾ ਚਿੱਠੀ ਲਿਖੋ ਗੁਰੂ ਗੋਬਿੰਦ ਸਿੰਘ ਨੂੰ, ਜਿਵੇਂ ਕਾਜੀ ਕਹਿੰਦਾ ਐਵੇਂ ਕਰੋ। ਪਾਤਸ਼ਾਹੀ ਇੱਕ ਹੀ ਕੀ ਹੋਏ, ਔਰ ਅੰਤਰ ਨਿਕੇ ਦਿਓ ਜੋਏ। ਚਿੱਠੀ 'ਚ ਲਿਖੋ ਕਿ ਰਾਜ ਇੱਕ ਬੰਦੇ ਦਾ ਹੁੰਦਾ, ਇੱਕ ਦਾ ਰਾਜ ਹੋਣਾ ਚਾਹੀਦਾ ਹੈ। ਕਿਉਂਕਿ ਜਿਹੜਾ ਵੀ ਰਾਜ ਦੀ ਗੱਦੀ ਤੇ ਬਹਿ ਜਾਂਦਾ ਉਹ ਕਹਿੰਦਾ ਮੇਰੀ ਚੱਲੇ। ਅੱਜ ਵੀ ਇਹੀ ਹਾਲ ਹੈ ਦੁਨੀਆ ਦੇ ਵਿੱਚ, ਕੁਰਸੀ ਛੱਡਣ ਨੂੰ ਤਿਆਰ ਚਿਪਕ ਜਾਂਦੇ ਆ ਨਾਲ ਕੁਰਸੀ ਦੇ। ਤਾਂ ਇਹ ਵੀ ਕਹਿੰਦਾ ਲਿਖੋ ਚਿੱਠੀ ਵਿੱਚ ਕਿ ਰਾਜ ਇੱਕ ਦਾ ਚੱਲਦਾ ਹੁੰਦਾ। ਪਾਤਸ਼ਾਹੀ ਇੱਕ ਹੀ ਕੀ ਹੋਏ, ਔਰ ਅੰਤਰ ਨਿਕੇ ਦਿਓ ਜੋਏ। ਬਾਦਸ਼ਾਹੀ ਇੱਕ ਦੀ ਹੀ ਹੋਵੇਗੀ। ਹਿਰਦੇ ਵਿੱਚ ਜੋ ਜਾਂਚ ਲਓ ਤੁਸੀਂ। ਚਿੱਠੀ ਦੇ ਵਿੱਚ ਲਿਖਦਾ ਪਹਿਲਾਂ ਹੋਰ ਗੱਲਾਂ ਲਿਖ ਕੇ ਖਾਸ ਗੱਲ ਇਹ ਲਿਖਦਾ ਹੈ ਕਿ ਰਾਜਾ ਇੱਕੋ ਹੀ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਵੀ ਤੂੰ ਵੀ ਰਾਜਾ ਬਣ ਨੂੰ ਫਿਰਦਾ, ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਰਾਜਾ ਵੀ ਹੈ ਤੇ ਫਕੀਰ ਵੀ ਹੈ। ਕਹੋ ਸਤਨਾਮ। ਇਹ ਧਰਤੀ ਦੇ ਉੱਤੇ ਕਬਜ਼ਾ ਕਰਨੀ ਆਇਆ ਤੇ ਸਾਰੀ ਧਰਤੀ ਦਾ ਮਾਲਕ ਹੀ ਇਹ ਹੈ ਤੇ ਕਬਜ਼ਾ ਕਿਹੜਾ ਕੱਢੇ ਤੇ ਕਿਹੜਾ ਛੱਡੇ। ਕਹੋ ਸਤਨਾਮ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂਗਾ। ਇਸ ਕਰਕੇ ਚਿੱਠੀ ਵਿੱਚ ਲਿਖਦਾ ਹੈ ਕਿ ਸੋਚ ਲਓ ਹਿਰਦੇ ਦੇ ਵਿੱਚ ਰਾਜਾ ਇੱਕੋ ਹੀ ਹੁੰਦਾ ਦੁਨੀਆ ਦੇ ਵਿੱਚ। ਔਰ ਪਰਵਾਨਾ ਚਿੱਠੀ ਦੇਖਦੇ ਆ ਮੈਨੂੰ ਮਿਲਣਾ ਕਰੋ। ਨਹੀਂ ਤਾਂ ਮੈਂ ਪਹੁੰਚੂੰਗਾ ਤਹਾਂ, ਕਰ ਬਹਾਦਰੀ ਬੈਠਿਓ ਜਹਾਂ। ਹਮ ਤੋਂ ਮਜ਼ਹਬ ਏਕ ਹੀ ਪਾਵੋ, ਤੁਹਾਡਾ ਤੇ ਸਾਡਾ ਇੱਕੋ ਹੀ ਧਰਮ ਹੋਵੇ। ਇੱਕੋ ਹੀ ਧਰਮ ਹੋਵੇ, ਇੱਕੋ ਦੇਸ਼ ਹੋਵੇ, ਇੱਕੋ ਹੀ ਰਾਜਾ ਹੋਵੇ। ਕਹਿੰਦਾ ਇਸ ਕਰਕੇ ਤੁਸੀਂ ਸਾਨੂੰ ਆ ਕੇ ਮਿਲੋ। ਜੇ ਤੁਸੀਂ ਆ ਸਕਦੇ ਹੋ ਆਓ, ਨਹੀਂ ਤਾਂ ਫਿਰ ਮੈਨੂੰ ਦੱਸੋ ਜਿੱਥੇ ਮਿਲੋਗੇ ਮੈਂ ਆ ਜਾਵਾਂਗਾ। ਨਹੀਂ ਤਾਂ ਮੈਂ ਪਹੁੰਚੂੰਗਾ ਤਹਾਂ, ਕਰ ਬਹਾਦਰੀ ਬੈਠਿਓ ਜਹਾਂ। ਜਿੱਥੇ ਤੁਸੀਂ ਬਹਾਦਰੀ ਕਰਕੇ ਬੈਠੇ ਹੋ ਅਨੰਦਪੁਰ ਸਾਹਿਬ, ਮੈਂ ਉੱਥੇ ਆ ਜਾਵਾਂਗਾ, ਜਾਂ ਤੁਸੀਂ ਮੇਰੇ ਕੋਲ ਦਿੱਲੀ ਆ ਜਾਓ। ਅਜਮਤ ਜਿਤ ਕ ਫਕੀਰੀ ਕੀਰਾ, ਵਿੱਚ ਜਹਾਨ ਤੇ ਜਹ ਫੇਰ। ਔਰ ਜਿਹੜੀ ਤੁਹਾਡੇ ਕੋਲੇ ਫਕੀਰੀ ਦੀ ਤਾਕਤ ਜਿੰਨੀ ਵੀ ਹੈ ਫਿਰ ਇਹ ਜਹਾਨ ਵਿੱਚੋਂ ਚਲੀ ਜਾਵੇਗੀ। ਕਹਿੰਦਾ ਮੈਂ ਇਸੀ ਤੁਹਾਨੂੰ ਜ਼ੋਰ ਵਿਖਾਊਂਗਾ, ਤੁਹਾਡੀ ਫਕੀਰੀ ਨਹੀਂ ਚੱਲਣੀ। ਪੀਰ ਫਕੀਰ ਬੜੇ ਲਗ ਆਹੈ, ਪਾਤਸ਼ਾਹੀ ਕਰ ਮੈਂ ਜਿਮ ਰਹੈ। ਠੀਕ ਹੈ, ਛੋਟੇ ਵੱਡੇ ਪੀਰ ਫਕੀਰ ਹੁੰਦੇ ਐ, ਪਰ ਰਾਜੇ ਦੇ ਸਾਹਮਣੇ ਜਨਤਾ ਵਾਂਗੂ ਰਹਿਣਾ ਚਾਹੀਦਾ। ਇਦਾਂ ਦੀਆਂ ਗੱਲਾਂ ਵੀ ਲਿਖਦਾ ਚਿੱਠੀ ਦੇ ਵਿੱਚ। ਰਾਜੇ ਦੇ ਘਰ ਵਿੱਚ ਉਹਨਾਂ ਨੂੰ ਜਨਤਾ ਵਾਂਗੂ ਰਹਿਣਾ ਚਾਹੀਦਾ ਹੈ। ਐਸੇ ਤੁਮ ਪੀਰ ਬੋ ਕਰੀਐ, ਨਹਿ ਵਿਰੋਧ ਕੇ ਮੁਰ ਮੈਂ ਕਰੀਐ। ਠੀਕ ਹੈ, ਤੁਸੀਂ ਪੀਰ ਹੋ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਮੈਂ ਮੰਨਦਾ ਤੁਹਾਨੂੰ ਪੀਰ, ਪਰ ਪੀਰਾਂ ਵਾਂਗੂ ਰਹੋ ਨਾ। ਇਹ ਸ਼ਾਹੀ ਠਾੜ ਦਾ ਕੀ ਮਤਲਬ ਹੈ? ਫੌਜਾਂ ਰੱਖਣੀਆਂ, ਲੜਾਈਆਂ ਕਰਨੀਆਂ, ਜੰਗ ਜੁੱਧ ਕਰਨੇ, ਇਹ ਬੰਦ ਕਰੋ। ਵੱਡ ਹੰਕਾਰ ਹਕੀਕਤ ਔਰ, ਜਿਮ ਪਤਸ਼ਾਹੀ ਕੋ ਹੋਇ ਤੌਰ। ਔਰ ਆਪਣੇ ਹੰਕਾਰ ਦੇ ਵਿੱਚ ਹੋਰ ਵੀ ਬਹੁਤ ਗੱਲਾਂ ਚਿੱਠੀ ਵਿੱਚ ਲਿਖਾਉਂਦਾ, ਜਿਵੇਂ ਰਾਜੇ ਹੰਕਾਰ ਨਾਲ ਗੱਲਾਂ ਕਰਦੇ ਆ। ਪਰਵਾਨੇ ਮੈਂ ਬਹੁਤ ਖਵਾਈ, ਬਖਸ਼ਿਸ਼ ਹਮ ਦਰਗਾਹ ਤੇ ਪਾਈ। ਔਰ ਚਿੱਠੀ ਵਿੱਚ ਇਹ ਵੀ ਲਿਖਦਾ ਕਿ ਮੈਨੂੰ ਰਾਜ ਦਰਗਾਹ ਤੋਂ ਮਿਲਿਆ। ਅੱਲਾਹ ਪਾਕ ਨੇ ਮੈਨੂੰ ਰਾਜ ਦਿੱਤਾ ਹੈ, ਮੈਨੂੰ ਰਾਜਾ ਬਣਾ ਕੇ ਭੇਜਿਆ। ਮੈਂ ਰਾਜਾ ਹਾਂ, ਤੂੰ ਪੀਰ ਹੈ ਤੇ ਪੀਰਾਂ ਵਾਂਗੂ ਰਹਿਣਾ। ਤੈਨੂੰ ਰਾਜਾ ਬਣ ਕੇ ਰਹਿਣ ਦੀ ਕੀ ਲੋੜ ਹੈ? ਤੈਨੂੰ ਸ਼ਾਹੀ ਠਾੜ ਦੀ ਕੀ ਲੋੜ ਹੈ? ਤਾਂ ਇਹ ਪੁੱਛਦਾ ਤੇ ਨਾਲੇ ਚਿੱਠੀ ਲਿਖ ਕੇ ਭੇਜਦਾ ਹੈ। ਪਾਤਸ਼ਾਹਤ ਕੀ ਕਹਿ ਬਖਸ਼ੀਸ਼, ਪਰਵਤਗਾਰ ਕਲਾ ਜਗਦੀਸ਼। ਪਰਵਤਗਾਰ ਜਗਦੀਸ਼ ਨੇ ਇਹ ਕਲਾ ਵਰਤਾਈ ਹੈ ਕਿ ਮੈਨੂੰ ਬਾਦਸ਼ਾਹਤ ਬਖਸ਼ੀ ਹੈ। ਇਹ ਪਰਵਾਨਾ ਪਠੇ ਵਕੀਲ, ਕਰਤ ਗੀਤ ਜਾਹੋ ਬਿਨ ਢੀਲ। ਵਕੀਲ ਹੁੰਦੇ ਆ ਚਿੱਠੀ ਲੈ ਕੇ ਜਾਣ ਵਾਲੇ ਦੇ ਵਜ਼ੀਰ ਮੰਤਰੀ ਕੋਈ,
ਉਹਨਾਂ ਨੂੰ ਚਿੱਠੀ ਦੇ ਕੇ ਭੇਜਦਾ, ਜਾਓ ਦਿਓ ਚਿੱਠੀ ਉਸ ਨੂੰ ਜਾ ਕੇ। श्री कल की तरके टिकिराए सभा लगाए हजूर बुलाए। ਜਾ ਕੇ ਮਿਲੋ ਉਹਨਾਂ ਨੂੰ ਜਲਦੀ ਤੇ ਨਾਲੇ ਚਿੱਠੀ ਦੇ ਦਿਓ, ਨਾਲੇ ਆਪਣੇ ਮੂੰਹ ਨਾਲ ਵੀ ਦੱਸ ਦਿਓ ਵੀ ਔਰੰਗਜ਼ੇਬ ਨੇ ਇਹ ਸੁਨੇਹਾ ਦਿੱਤਾ ਹੈ। सब अहवाल सुनी जब काना उत्तर लिख बाबो तब जाना। ਔਰ ਜਦੋਂ ਸਾਰਾ ਹਾਲ ਉਹ ਪੜ੍ਹ ਲੈਣ, ਚੰਗੀ ਤਰ੍ਹਾਂ ਮੇਰੀ ਚਿੱਠੀ ਦੇਖ ਲੈਣ, ਤੁਸੀਂ ਵੀ ਦੱਸ ਦਿਓ, ਫਿਰ ਉਹਨਾਂ ਤੋਂ ਮੇਰੀ ਚਿੱਠੀ ਦਾ ਜਵਾਬ ਲੈ ਕੇ ਆਇਓ। जिसकी बख्शिश प्राप्त तो ही किसी पुरख ने भेजो मोही। ਔਰ ਜਿਸ ਪਾਸੋਂ ਤੁਸੀਂ ਬਾਰਿਸ਼ ਬਖਸ਼ਿਸ਼ ਲਈ ਹੈ, ਫਿਰ ਪਾਤਸ਼ਾਹ ਉਹਦਾ ਚਿੱਠੀ ਦਾ ਜਵਾਬ ਲਿਖਦੇ ਆ। ਉਹਦੀ ਚਿੱਠੀ ਪੜ੍ਹ ਕੇ ਨਾ ਚੰਗੀ ਤਰ੍ਹਾਂ ਕਹਿਣ ਲੱਗੇ, ਰਾਜਾ ਸੁਣ ਲੈ, ਜਿਸ ਪਰਮੇਸ਼ਰ ਨੇ ਤੈਨੂੰ ਰਾਜ ਦੀ ਬਖਸ਼ਿਸ਼ ਕੀਤੀ ਹੈ, ਉਸੇ ਅਕਾਲ ਪੁਰਖ ਨੇ ਮੈਨੂੰ ਭੇਜਿਆ ਹੈ। क्यों कर्ण के हित पठायो विसर के उते दंभ कमायो। ਤੇ ਤੂੰ ਜਿਹੜਾ ਬੜਾ ਪਖੰਡੀ ਹੋ ਗਿਆ ਹੈ, ਤੈਨੂੰ ਰਾਜ ਦੇ ਨਸ਼ੇ ਵਿੱਚ ਸੱਚ ਭੁੱਲ ਗਿਆ ਹੈ, ਤੂੰ ਪਖੰਡ ਧਾਰਿਆ ਹੋਇਆ ਹੈ ਤੇ ਮੈਨੂੰ ਮਗਰੇ ਭੇਜਿਆ, ਜਾ ਫੈਸਲਾ ਕਰਕੇ ਆ, ਮੈਂ ਨਿਆਂ ਕਰਨ ਆਇਆ। ਮੈਨੂੰ ਵੀ ਉਸੇ ਨੇ ਭੇਜਿਆ ਜਿਹਨੇ ਤੈਨੂੰ ਭੇਜਿਆ ਹੈ। हित कम तुझ संग बन आवे जो हिंद ने संग बाद उठावे। ਜਾਂ ਤੇ ਕਿਮ ਤੂੰ ਸੰਗ ਬਣਿਆ ਵੇ, ਹੁਣ ਤੇਰੇ ਨਾਲ ਮੇਰੀ ਕਿਵੇਂ ਬਣ ਸਕਦੀ ਹੈ? ਤੂੰ ਹਿੰਦੁਸਤਾਨ ਤੇ ਜ਼ੁਲਮ ਕਰਦਾ, ਮੈਂ ਇਹਨੂੰ ਰੋਕਣ ਵਾਸਤੇ ਆਇਆ, ਤੇ ਫਿਰ ਤਾਂ ਆਪਣੀ ਦੁਸ਼ਮਣੀ ਪੈਣੀ ਆ। ਕੋਈ ਸਤਨਾਮ। ਜੇ ਤੂੰ ਨਿਆਂ ਕਰੇ ਫਿਰ ਆਪਣੀ ਮਿੱਤਰਤਾ ਬਣ ਸਕਦੀ ਹੈ, ਵਰਨਾ ਬਹੁਤ ਮੁਸ਼ਕਲ ਹੈ। ਮੈਂ ਨਿਆਂ ਕਰਨ ਆਇਆ ਤੇ ਤੂੰ ਨਿਆਂ ਦਿੰਦਾ ਨਹੀਂ ਜਨਤਾ ਨੂੰ। ਪਰਮੇਸ਼ਰ ਕਿਰਪਾ ਕਰੇ ਕੋਈ ਇਹੋ ਜਿਹਾ ਆਪਣਾ ਪਿਆਰਾ ਅੱਜ ਵੀ ਭੇਜੇ, ਅੱਜ ਦੇ ਰਾਜਿਆਂ ਨੂੰ ਮੱਤ ਦੇਣ ਵਾਸਤੇ ਵੀ ਤੁਸੀਂ ਨਿਆਂ ਨੂੰ ਭੁੱਲ ਚੁੱਕੇ ਹੋ, ਕੁਨਿਆਂ ਤੇ ਲੱਗੇ ਹੋਏ ਹੋ। ਜਿਵੇਂ ਉਸ ਵੇਲੇ ਔਰੰਗਜ਼ੇਬ ਕਹਿੰਦਾ ਸੀਗਾ ਕੇਵਲ ਹਰਾ ਹੀ ਹਰਾ ਹੋਵੇ, ਅੱਜ ਵਾਲੇ ਭਗਵਾਂ ਬਣਾਉਣ ਨੂੰ ਫਿਰਦੇ ਆ। ਕੋ ਸਤਨਾਮ। ਰੱਬ ਨੇ ਰੰਗ ਬਰੰਗਾ ਬਣਾਇਆ, रंगी रंगी भांति कर कर जिनसी माया जिन उपाई। बंग के बंगाली है कि दिल्ली के दिलवाली है, सब तेरी आज्ञा में चलता। गुरु तो ये कहता कि कोई किते भी कहता रहिंदा। न्यारे न्यारे देशन के भेष को प्रभाव है, हरियाणे का होर बाण है, साडा पंजाब का होर है, राजस्थान का होर है, चाइना का होर है, सब दे अलग अलग बाणे है, पर बिच तो सब दे बंदा है ना। मानस की जात सब है एक पहचान वो, करता करीम सोई राज कर ही मोई, दूसरो ना भेद कोई भूल पर मान वो। बिच तो सब दे मनुख है ना, तो मानस नूं मानस जानना करो। ये सब परमेश्वर दे बनाए हुए ने, उन्हें रंग बरंगा बनाया तो रंग बरंगा ही रहन दिओ। इस करके गुरु साहब ने किते धक्के नाल नहीं कहागा भी तुसीं साडे धर्म च आ जाओ, छड्डो इस नूं। हाँ, जिहनूं चंगा लग्गिया, जिहने जजमेंट कीती भी यार इधर सच है, उस सच नाल भावें कोई भी जुड़ सकता है। चारे गेट खोले आ हरमंदर साहब दे जिमें रखे आ। को सतनाम। तो कहन तो भाव है, पातशाह कहन लगे तैनू राजा बना के भेजिया, पर तू राज करना नहीं आया, तां ते मैनू मगरी भेजना पिया। जा तू जाके न्याय कर, जाए जहाँ ते धर्म बिथारो, दुष्ट दोखियन पकड़ पछारो। समझ ले हो साधु सा मनमंग, याही काज धरा हम जन्मंग। धर्म चलावन संति उभारन, दुष्ट सबन को मूल उपाड़न। इस कमली में आया ਉਹੀ जवाब इत्थे औरंगे नूं दिंदे न। सानू न्याय करन भेजिया, तैनू रब भुल गया, तू पखंडी हो गया। जानते किम तू संग बने आवे, फिर तेरी ते मेरी किम बन सकती है? तू खुदा दी खलकत नूं समझिया नहीं, तू धर्म की हानि कर रहे हैं, तू मुसलमानी धर्म नूं भी खराब कर रहे हैं, तो हिंदुस्तान के हिंदुओं का, हिंदुस्तान के भारत के वासियों का धर्म भी खराब कर रहे हैं। मंदिरों को ढा रहे हैं, गौ गरीब की हत्या कर रहे हैं, ऋषियां मुनियां नूं मार रहे हैं। अपने सगे भरा दारा शकोह का भी सिर वढ़ के उसने मारना किया उसनों। इस करके गुरु प्यारो अपने प्यो शाहजहां नूं औरंगजेब ने कैद किया ते धक्के दे नाल इहने कुर्सी प्राप्त की आ। कहन लगे आ पातशाह जी की चिट्ठी का जवाब दिंदे ने कि तू खुदा की खलकत नूं जानदा नहीं कि खलकत खुदा दी है। खलक खुदा दिखाए खुदा की, जे कोई खुदा दी खलकत नूं दिखाउंदा है ते फिर होवे दुखी खुदाए, रब दुखी हो जाता, जनता नूं दुखी करिए जे। ते तू समझदा नहीं
ਤੂੰ ਧਰਮ ਦੀ ਹਾਨੀ ਕਰ ਰਿਹਾ, ਸੱਚ ਦੇ ਧਰਮ ਦੀ। रक्षद तब वकील को कीना खिलत दर्द जुत तिन को दीना। ਔਰ ਸਤਿਗੁਰਾਂ ਨੇ ਆਪਣੇ ਖਜ਼ਾਨੇ ਵਿੱਚੋਂ ਖਿਲਤ ਹੁੰਦਾ ਹੈ ਓਵਰਕੋਟ। ਜਿਵੇਂ ਆ ਬੀਬੀਆਂ ਕੋਈ ਰਿਸ਼ਤੇਦਾਰ ਆਉਂਦਾ ਨਾ ਫਿਰ ਕੱਪੜੇ ਦਿੰਦੀਆਂ, ਬੀਬੀ ਦਾ ਵੀ ਕੱਪੜਾ ਦਿੰਦੀਆਂ ਸੂਟ ਦਾ, ਤੇ ਨਾਲ ਖੇਸ ਕੰਬਲ ਲਾ ਦਿੰਦੀਆਂ। ਇਸੇ ਤਰ੍ਹਾਂ ਹੀ ਇਹ ਪੁਰਾਣੀਆਂ ਰੀਤਾਂ ਚੱਲਦੀਆਂ ਆ ਰਹੀਆਂ। ਗੁਰੂ ਸਾਹਿਬ ਨੇ ਆਪਣੇ ਖਜ਼ਾਨੇ ਵਿੱਚ ਉਹਨੂੰ ਖਿਲਤ ਦਿੱਤੀ ਆ। ਖਿਲਤ ਹੁੰਦਾ ਓਵਰਕੋਟ ਜੋ ਰਾਜੇ ਪਾਉਂਦੇ ਆ, ਲੰਬਾ ਚੌੜਾ। ਪਾਤਸ਼ਾਹ ਨੇ ਖਿਲਤ ਦਿੱਤੀ ਆ ਉਸ ਨੂੰ, ਔਰ ਖਜ਼ਾਨੇ 'ਚੋਂ ਮਾਇਆ ਵੀ ਦਿੱਤੀ ਆ। ਕਿਉਂਕਿ ਜਿਹੜਾ ਚਿੱਠੀ ਲੈ ਕੇ ਆਉਂਦਾ ਉਹ ਤਾਂ ਡਾਕੀ ਹੈ, ਉਹ ਸਾਂਝਾ ਬੰਦਾ ਹੁੰਦਾ ਹੈ। ਜੰਗ ਦੇ ਮੈਦਾਨ ਵਿੱਚ ਇਹ ਰੀਤ ਹੁੰਦੀ ਹੈ ਕਿ ਜਿਹੜਾ ਸੂਹੀਆ ਹੁੰਦਾ ਉਹਨੂੰ ਮਾਰਿਆ ਨਹੀਂ ਜਾਂਦਾ। ਦੁਸ਼ਮਣ ਦਾ ਸੂਹੀਆ ਦੂਜੇ ਦੁਸ਼ਮਣ ਦੇ ਵਿੱਚ ਜਾ ਕੇ ਭੇਸ ਬਦਲ ਕੇ ਜਾਊਗਾ, ਪਰ ਜੇ ਪਤਾ ਵੀ ਲੱਗ ਜਾਵੇ ਵੀ ਉਹਨਾਂ ਦਾ ਸੂਹੀਆ ਸਾਡੀ ਜੱਜਮੈਂਟ ਕਰਨ ਵਾਸਤੇ ਆਇਆ, ਸੂਹੀਏ ਨੂੰ ਮਾਰਿਆ ਨਹੀਂ ਜਾਂਦਾ ਕਦੇ ਵੀ। ਕਹੋ ਸਤਿਨਾਮ। ਫੇਰ ਹੀ ਜਾ ਕੇ ਦੱਸੂਗਾ ਜੇ ਜਿਉਂਦਾ ਰਹੂਗਾ ਤਾਂ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਔਰੰਗਜ਼ੇਬ ਦਾ ਇੱਕ ਸੂਹੀਆ ਮੇਰੇ ਪ੍ਰੀਤਮ ਦਰਬਾਰ ਵਿੱਚ ਆ ਕੇ ਬਹਿੰਦਾ, ਬ੍ਰਾਹਮਣੀ ਭੇਸ ਧਾਰ ਕੇ ਰੋਜ਼ ਮੂਹਰੇ ਬੈਠਾ ਹੁੰਦਾ। ਸਾਰੀ ਕਾਲਾ ਜੋ ਗੁਰੂ ਸਾਹਿਬ ਕਰਦੇ ਆ ਗੱਲਬਾਤ ਵੇਖਦਾ, ਰੋਜ਼ਾਨਾ ਚਿੱਠੀ ਲਿਖ ਕੇ ਔਰੰਗਜ਼ੇਬ ਨੂੰ ਭੇਜਦਾ, ਅੱਜ ਗੋਬਿੰਦ ਰਾਏ ਨੇ ਆਹ ਕੀਤਾ, ਅੱਜ ਗੋਬਿੰਦ ਰਾਏ ਨੇ ਆਹ ਕੀਤਾ। ਇੱਕ ਦਿਨ ਬੈਠਾ 1699 ਵਿਸਾਖੀ ਦਾ ਦਿਨ, ਸਟੇਜ ਸਜੀ ਆ, ਚਿੱਟੇ ਚਿੱਟੇ ਕੱਪੜੇ ਵਿਛੇ ਆ। ਵੇਖਦਾ ਵੀ ਅੱਜ ਕੀ ਆ, ਅੱਜ ਕੋਈ ਖਾਸ ਦਿਨ ਹੈ ਇਹਨਾਂ ਦਾ, ਕੀ ਕਰਨਗੇ ਅੱਜ। ਜਦੋਂ ਨੇ ਸਾਰੀ ਉਹ ਕਾਰਵਾਈ ਦੇਖੀ, ਵਾਰੀ ਵਾਰੀ 5 ਸਿੰਘ ਸੱਦੇ, ਉਹਨਾਂ ਨੂੰ ਝਟਕਾਇਆ। ਫਿਰ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕੀਤਾ। ਫਿਰ ਉਹਨਾਂ ਨੇ ਧੜਾਂ ਦੇ ਕੋਲ ਸੀਸ ਰੱਖ ਕੇ ਮੁੱਖ ਵਿੱਚ ਜਲ ਪਾ ਕੇ ਕਿਹਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਜਿਉਂਦੇ ਹੋ ਗਏ। ਉਹ ਸੂਹੀਏ ਦਾ ਨਾਮ ਸੀ ਅਬੁਲ ਤਰਾਨੀ। ਅਬੁਲ ਤਰਾਨੀ ਨੇ ਸਾਰੀ ਚਿੱਠੀ ਲਿਖ ਦਿੱਤੀ ਆ, ਅੱਜ ਦੀ ਰਿਪੋਰਟ ਭੇਜਤੀ ਲਿਖ ਕੇ ਸਾਰੀ, ਕਿ ਅੱਜ ਗੋਬਿੰਦ ਰਾਏ ਨੇ ਬਿਨਾਂ ਕੁੰਡੀਆਂ ਤੋਂ ਕੜਾਹੀ ਲਈ ਆ, ਅਸੀਂ ਉਹਨੂੰ ਬਾਟਾ ਕਹਿੰਦੇ ਆ। ਕੋਈ ਸਤਿਨਾਮ। ਉਹਨੇ ਲਿਖਤਾ ਬਿਨਾਂ ਕੁੰਡੀਆਂ ਤੋਂ ਕੜਾਹੀ। ਉਹਦੇ ਵਿੱਚ ਉਹਨੇ ਅੱਜ ਜਲ ਪਾਇਆ, ਉਹਦੇ ਵਿੱਚ ਕਾਫੀ ਸਮਾਂ ਖੰਡਾ ਫੇੜਿਆ। ਉਸ ਤੋਂ ਪਹਿਲਾਂ ਉਹਨਾਂ ਨੇ ਵਾਰੀ ਵਾਰੀ ਕਿਹਾ ਮੇਰੀ ਤਲਵਾਰ ਸਿਰ ਮੰਗਦੀ ਹੈ। 5 ਸਿੰਘ ਗਏ, ਉਹਨਾਂ ਦੇ ਸਿਰ ਕਲਮ ਕੀਤੇ। ਫਿਰ ਇੱਕ ਬੀਬੀ ਆਈ, ਸ਼ਾਇਦ ਉਹਨਾਂ ਦਾ ਮਹਿਲ ਸੀ, ਉਹਨਾਂ ਨੇ ਲਿਆ ਕੇ ਵਿੱਚ ਪਤਾਸੇ ਪਾਏ। ਫਿਰ ਕਾਫੀ ਸਮਾਂ ਉਹਦੇ ਵਿੱਚ ਖੰਡਾ ਚਲਾਉਂਦੇ ਰਹੇ, ਕੁਝ ਮੂੰਹ ਦੇ ਵਿੱਚੋਂ ਕਲਮੇ ਬੋਲਦੇ ਰਹੇ, ਕਿਉਂਕਿ ਮੁਸਲਮਾਨ ਆਪਦੀ ਭਾਸ਼ਾ 'ਚ ਹੀ ਲਿਖੂਗਾ। ਤੇ ਫਿਰ ਉਹਨਾਂ ਨੇ ਉਹ ਜਲ ਜਿਸ ਵੇਲੇ ਉਹਨਾਂ ਮੁਰਦੇ ਸਿੰਘਾਂ ਦੇ, ਮੁਰਦੇ ਸਿੱਖਾਂ ਦੇ ਮੁੱਖ ਵਿੱਚ ਪਾਇਆ ਤਾਂ ਜਵਾਬ ਦਿੱਤਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਉਹ ਜਿਉਂਦੇ ਹੋ ਗਏ। ਔਰ ਮੈਂ ਅੱਜ ਦਾ ਸੀਨ ਵੇਖ ਕੇ ਪ੍ਰਭਾਵਿਤ ਹੋ ਗਿਆ ਪੂਰਾ। ਮੇਰਾ ਜੀ ਕੀਤਾ ਕਿ ਜਿਹੜੇ ਆਬੇ ਹਜਾਤ ਦੀ ਗੱਲ ਦੁਨੀਆ ਕਰਦੀ ਆ, ਸਾਡੇ ਮੁਸਲਮਾਨੀ ਮਤ ਵਿੱਚ ਕਹਿੰਦੇ ਆ ਆਬੇ ਹਜਾਤ ਹੁੰਦਾ ਹੈ, ਬੰਦੇ ਨੂੰ ਅਮਰ ਕਰ ਦਿੰਦਾ ਹੈ। ਮੇਰਾ ਖਿਆਲ ਹੈ ਗੋਬਿੰਦ ਰਾਏ ਨੇ ਅੱਜ ਉਹ ਆਬੇ ਹਜਾਤ ਤਿਆਰ ਕਰ ਲਿਆ, ਅੰਮ੍ਰਿਤ ਮੁਰਦਿਆਂ ਨੂੰ ਜਿਉਂਦੇ ਕਰਨ ਵਾਲਾ। ਮੇਰੇ ਸਾਹਮਣੇ 5 ਸਿੱਖ ਮੁਰਦੇ ਜਿਉਂਦਾ ਕੀਤੇ। ਔਰ ਅੱਜ ਮੈਂ ਜਿਹੜੀ ਇਹ ਰਿਪੋਰਟ ਭੇਜੀ ਆ, ਮੇਰੀ ਆਖਰੀ ਰਿਪੋਰਟ ਆ। ਇਹ ਰਿਪੋਰਟ ਪੂਰੀ ਲਿਖਣ ਤੋਂ ਬਾਅਦ ਮੈਂ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਇਆ ਸਟੇਜ ਕੋਲ ਜਾ ਕੇ ਕਿ ਮਹਾਰਾਜ ਇਹ ਆਬੇ ਹਜਾਤ ਮੈਨੂੰ ਵੀ ਦੇ ਦਿਓ। ਕਹਿੰਦੇ ਆ ਜਾ ਆ ਜਾ, ਤੇਰੇ ਵਾਸਤੇ ਵੀ ਹੈ, ਕਿਉਂਕਿ ਇਹ ਤਾਂ ਸਾਰਿਆਂ ਵਾਸਤੇ ਹੈ। ਸੱਦਿਆ ਤਾਂ ਨਹੀਂ ਨਾ ਮੁਸਲਮਾਨ ਸੂਈਏ ਨੂੰ ਵੀ ਤੂੰ ਵੀ ਇੱਧਰ ਆ ਬਈ, ਚੱਲ ਸਾਡਾ ਸਿੱਖ ਬਣ। ਬਿਲਕੁਲ ਨਹੀਂ, ਆਪ ਉੱਠ ਕੇ ਗਿਆ, ਕਹਿੰਦਾ ਮੈਂ ਮੰਗਿਆ ਬੁੱਕ ਕਰਕੇ। ਔਰ ਉਹਨਾਂ ਨੇ ਦਇਆ ਕੀਤੀ ਮੇਰੇ ਤੇ, ਸਟੇਜ ਤੇ ਲਿਜਾ ਕੇ ਮੈਨੂੰ ਵੀ ਅਮਰ ਦੀ ਦਾਤ ਆਬੇ ਹਜਾਤ ਬਖਸ਼ਿਆ। ਔਰ ਮੇਰਾ ਨਾਂ ਅਬੁਲ ਤਰਾਨੀ ਤੋਂ ਬਦਲ ਕੇ ਅਜਮੇਰ ਸਿੰਘ ਰੱਖ ਦਿੱਤਾ। ਆ ਮੇਰੀ ਆਖਰੀ ਰਿਪੋਰਟ ਹੈ। ਅੱਜ ਤੋਂ ਬਾਅਦ ਮੈਂ ਤੇਰਾ ਸੂਇਆ ਨਹੀਂ, ਗੁਰੂ ਗੋਬਿੰਦ ਸਿੰਘ ਦਾ ਸਿੰਘ ਬਣ ਗਿਆ। ਕਹੋ ਸਤਨਾਮ। ਇਸ ਕਰਕੇ ਗੁਰੂ ਸਾਹਿਬ ਦੇ ਜਿਹੜੇ ਬਖਸ਼ਿਸ਼ ਹੈ, ਖਾਲਕਤ ਜਾਣੇ ਖੁਦਾ, ਖਾਲਕਤ ਦਿਖਾਵੇ ਖੁਦਾਏ ਕੀ। ਜੇ ਖੁਦਾ ਦੀ ਖਲਕਤ ਨੂੰ ਕੋਈ ਦਿਖਾਉਂਦਾ ਹੈ ਉਹ ਰਾਜਾ ਨਹੀਂ ਹੈ, ਉਹਨੂੰ ਕਸਾਈ ਕਹੋ। ਔਰ ਵਕੀਲਾਂ ਨੂੰ ਖਿਲਤ ਦੇ ਕੇ, ਮਾਇਆ ਦੇ ਕੇ, ਸਤਕਾਰ ਦੇ ਕੇ ਪੂਰਾ ਉਹਦੇ ਸੂਈਏ ਜੋ ਭੇਜੇ ਆ, ਚਿੱਠੀ ਦੇ ਕੇ ਵਕੀਲ ਭੇਜੇ ਆ ਜਾਂ ਵਜ਼ੀਰ ਭੇਜੇ ਆ, ਪੂਰੇ ਸਤਕਾਰ ਸਹਿਤ ਪਾਤਸ਼ਾਹ ਨੇ ਵਿਦਾ ਕਰ ਦਿੱਤੇ। ਜਾ ਕੇ ਉਹ ਰੰਗੇ ਨੂੰ ਕਹਿੰਦੇ ਜੀ ਉਹ ਨਹੀਂ ਆਉਂਦਾ। ਉਹਨੇ ਸਾਨੂੰ ਲਿਖ ਕੇ ਚਿੱਠੀ ਵੀ ਦੇਤਾ ਤੇ ਜਵਾਬ ਵੀ ਦੇਤਾ। ਕਹਿੰਦੇ ਉਹ ਬੜਾ ਗੁੱਸੇ 'ਚ ਹੈ। ਉਹ ਤਾਂ ਕਹਿੰਦਾ ਤੈਨੂੰ ਰਾਜਾ ਬਣਾ ਕੇ ਭੇਜਿਆ, ਪਰ ਤੈਨੂੰ ਰਾਜ ਕਰਨਾ ਨਹੀਂ ਆਇਆ।
ਮੈਂ ਤੇਰੇ ਕੋਲੇ ਨਹੀਂ ਆਉਂਦਾ, ਆਪਣੀ ਨਹੀਂ ਨਿਭਣੀ। इति प्रसंग नरंगी कीरा सुनो गुरी सुन जथा बकीरा। ਤਾਂ ਇਹ ਤਾਂ ਔਰੰਗੇ ਦੀ ਗੱਲ ਪੂਰੀ ਹੋ ਗਈ। ਗਾ ਪਹਾੜੀਆਂ ਦੇ ਨਾਲ ਬਖੇੜਾ ਕਿਵੇਂ ਪਿਆ ਇਹ ਵੀ ਸ਼ੁਰੂ ਕਰਾਂਗੇ। ਕੋਟ ਕੋਟ ਕਰ ਸਦਾ ਲੜਾਈ ਕਰਤ ਸਿੰਘ ਵਿਚਰਤ ਸਮਦਾਈ। ਹੁਣ ਸਿੰਘ ਪਹਾੜਾਂ ਵਿੱਚ ਵਿਚਰਦੇ ਆ, ਘੋੜਿਆਂ ਵਾਸਤੇ ਘਾਹ ਦਾਣਾ ਲੈਣ ਜਾਂਦੇ ਨੇ ਤਾਂ ਪਹਾੜੀਏ ਲੜ ਪੈਂਦੇ ਆ, ਹਾਂ ਹਾਂ ਸਾਡੇ ਖੇਤਾਂ ਵਿੱਚੋਂ ਫਸਲ ਕਿਉਂ ਵੱਢਦੇ ਹੋ, ਜਦੋਂ ਅਸੀਂ ਵਸਦੇ ਅਨੰਦਪੁਰ 'ਚ ਤੇ ਘੋੜੇ ਉੱਥੇ ਹੀ ਦਾਣਾ ਪਾਣੀ ਖਾਣਗੇ, ਹੋਰ ਕਿੱਥੋਂ ਖਾਣਗੇ। ਹੁਣ ਪਹਾੜੀਆਂ ਦੇ ਨਾਲ ਲੜਾਈ ਹੋਣ ਲੱਗੀ। ਸਿੰਘਾਂ ਨੇ ਫਿਰ ਲੁੱਟ ਮਾਰ ਕਰਕੇ ਘੋੜਿਆਂ ਵਾਸਤੇ ਘਾਹ ਦਾਣਾ ਲੈ ਆਉਣਾ। ਇਸ ਰਨ ਕੋ ਸੁਨ ਦੇਸ਼ ਵਿਦੇਸ਼ ਮਿਲ ਸਿੱਖ ਸੰਗਤ ਆਈ ਵਿਸ਼ੇਸ਼। ਜਿਹੜਾ ਆ ਜੰਗ ਹੋਇਆ, ਲੱਖ ਫੌਜ ਭੇਜੀ ਸੀ, ਇਹ ਜੰਗ ਦਾ ਪਤਾ ਲੱਗਿਆ ਜਦ ਸਿੱਖ ਸੰਗਤਾਂ ਨੂੰ, ਸਾਰੀਆਂ ਸਿੱਖ ਸੰਗਤਾਂ ਫਿਰ ਅਨੰਦਪੁਰ ਸਾਹਿਬ ਵੱਲ ਢਾਈ ਕਰਕੇ ਆਉਣ ਲੱਗੀਆਂ ਵੀ ਗੱਲ ਕੀ ਹੋ ਗਈ, ਔਰੰਗੇ ਨੇ ਫੌਜ ਕਿਉਂ ਚੜਾ ਕੇ ਭੇਜੀ ਆ। ਆਏ ਹਜ਼ਾਰੋਂ ਪਾਈ ਸ਼ਾਸਤਰ ਤਰੇ ਵਿਚਰਨ ਗਿਰ ਲਏ। ਔਰ ਚੜ੍ਹਦੀ ਕਲਾ ਦੇ ਨੌਜਵਾਨ ਤਾਂ ਫਿਰ ਸ਼ਸਤਰ ਲੈ ਕੇ ਗੁਰੂ ਕੀ ਫੌਜ ਵਿੱਚ ਭਰਤੀ ਹੋਣ ਲੱਗੇ। ਦੋਹਰਾ ਦੇਖਿਓ ਬੜੋ ਕਸੂਰ ਤੋਂ ਗੁਰ ਕੀ ਜਬਰੀ ਬਾਤ। ਇਸ ਤਰ੍ਹਾਂ ਗੁਰੂ ਪਿਆਰਿਓ, ਜਦੋਂ ਇਸ ਤਰ੍ਹਾਂ ਦਾ ਪੁੱਠਾ ਟੇਢਾ ਹੋਇਆ ਕੰਮ ਦੇਖ ਲਿਆ, ਗੁਰੂ ਕੀਆਂ ਫੌਜਾਂ ਦੇ ਵਿੱਚ ਫੌਜਾਂ ਭਰਤੀ ਹੋਣ ਲੱਗੀਆਂ, ਸ਼ਸਤਰ ਵੀ ਆਉਣ ਲੱਗੇ ਔਰ ਸਿੰਘ ਵੀ ਆਉਣ ਲੱਗੇ, ਨਵੇਂ ਨਵੇਂ ਸਿੱਖ ਆ ਕੇ ਸਿੰਘ ਵੀ ਸਜਣ ਲੱਗੇ। ਅੱਗੇ ਕੀ ਹੋਇਆ ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਦੇ ਹਾਂ, ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अग, हे पूरन हे सर्व जन गुणतास, हे संगी हे निरंकार हे निर्गुण सब टेक, हे गोविंद हे गुण निधान, सदा विवेक, हे अपरंपर हर हरे है बनहार, हे संत कै सदा संग, आधार, हे ठाकुर हों दासरो, निर्गुण गुण नहीं कोई, नानक दीजै नाम दान, आए प्रभ शरणागति, नित दयाल, एक अखर हर मन बसत, एक ओंकार सतगुरु, प्रसाद सच होए, वाहिगुरु जी की फतेह है, विनाशन सोए, वाहिगुरु जी की फतेह है, विनाशन सोए, वाहिगुरु जी का खालसा, वाहिगुरु जी की फतेह।